13ਵਾਂ ਸ਼ਲੋਕ ਕਬੀਰ ਸਾਹਿਬ ਪ੍ਰਾਰੰਭ ਕਰਦੇ ਨੇ ਮਨੁੱਖ ਦੀ ਗਫਲਤ ਦੀ ਨੀਂਦਰ ਤੋਂ, ਜਿਸ ਵਿੱਚ ਸੁੱਤਾ ਹੋਇਆ ਇਹ ਸੰਸਾਰ ਦੇ ਸੁਪਨਿਆਂ ਨੂੰ ਸੱਤ ਮੰਨੀ ਬੈਠਾ ਹੈ। ਨੀਂਦਰ ਦੀ ਵੀ ਇੱਕ ਆਪਣੀ ਖੂਬੀ ਹੈ। ਨੀਂਦ ਦੀ ਖਾਸੀਅਤ ਹੈ ਕਿ ਬੰਦ ਅੱਖਾਂ ਹੋਣ ਦੇ ਬਾਵਜੂਦ ਵੀ ਸੁਪਨਾ ਦਿਖਾ ਦਿੰਦੀ ਹੈ ਔਰ ਦੇਖੇ ਜਾਣ ਵਾਲੇ ਸੁਪਨੇ ਨੂੰ ਇੰਨਾ ਗਹਿਰਾ ਅੰਦਰ ਉਤਾਰਦੀ ਹੈ ਕਿ ਉਹ ਸਾਨੂੰ ਜਿੰਨੀ ਦੇਰ ਜਾਗਦੇ ਨਹੀਂ ਸੱਚ ਪ੍ਰਤੀਤ ਹੁੰਦਾ ਹੈ। ਪਰ ਕਬੀਰ ਸਾਹਿਬ ਕੇਵਲ ਬੰਦ ਅੱਖਾਂ ਨਾਲ ਦੇਖੇ ਗਏ ਸੁਪਨੇ ਦਾ ਜ਼ਿਕਰ ਨਹੀਂ ਕਰ ਰਹੇ, ਨਾ ਇਸ ਸਰੀਰ ਦੇ ਆਰਾਮ ਦੀ ਨੀਂਦਰ ਦਾ ਹੀ ਜ਼ਿਕਰ ਕਰ ਰਹੇ ਨੇ। ਉਹ ਜ਼ਿਕਰ ਕਰਦੇ ਨੇ ਉਸ ਨੀਂਦ ਦਾ ਤੇ ਉਸ ਗਫਲਤ ਦਾ, ਅਗਿਆਨਤਾ ਦਾ, ਜਿਸ ਵਿੱਚ ਇਹ ਸੰਸਾਰ ਗਰਸਿਆ ਪਿਆ ਹੈ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਿਲ ਆਪਣੇ ਹਾਥ। ਦੀਨ ਅਤੇ ਦੁਨੀ ਇਹ ਦੋ ਸ਼ਬਦ ਵੀ ਬੜੇ ਪਿਆਰੇ ਨੇ। ਦੋਹਾਂ ਦੇ ਅੱਖਰ ਇੱਕ, ਔਰ ਲਗਾਂ ਵਿੱਚ ਕੇਵਲ ਇੰਨਾ ਫਰਕ ਹੈ ਕਿ ਦੁਨੀ ਵਿੱਚ ਦੱਦੇ ਹੇਠ ਔਂਕੜ ਹੈ, ਨੰਨੇ ਨੂੰ ਬਿਹਾਰੀ ਹੈ। ਦੀਨ ਵਿੱਚ ਦੱਦੇ ਨੂੰ ਬਿਹਾਰੀ ਹੈ, ਨੰਨੇ ਦੇ ਹੇਠ ਔਂਕੜ ਹੈ, ਇੱਕ ਵਚਨ ਸਾਬਤ ਕਰਨ ਵਾਸਤੇ। ਲੇਕਿਨ ਦੋਹਾਂ ਦੇ ਅਰਥਾਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਦੀਨ ਦਾ ਮਤਲਬ ਹੈ ਮਜ਼ਹਬ, ਧਰਮ, ਅਸੂਲਾਂ ਦੀ ਦੁਨੀਆ, ਔਰ ਦੁਨੀ ਦਾ ਮਤਲਬ ਹੈ ਇਹ ਸੰਸਾਰ। ਪਰ ਦੀਨ ਦਾ ਇੱਕ ਹੋਰ ਅਰਥ ਵੀ ਹੈ, ਜਿਸ ਨੂੰ ਅਸੀਂ ਆਖਦੇ ਹਾਂ ਗਰੀਬ, ਆਜ਼ਿਜ਼। ਜਿੱਥੇ ਅਰਬੀ ਦਾ ਲਫ਼ਜ਼ ਦੀਨ ਹੈ, ਉੱਥੇ ਅਰਥ ਨੇ ਮਜ਼ਹਬ। ਜਿੱਥੇ ਰੂਟ ਸੰਸਕ੍ਰਿਤ ਦੀ ਹੈ, ਉੱਥੇ ਅਰਥ ਨੇ ਗਰੀਬ, ਨਿਮਾਣਾ, ਆਜਿਜ਼। ਲੇਕਿਨ ਜਿੱਥੇ ਅਸੀਂ ਦੀਨ ਦੇ ਅਰਥ ਗਰੀਬ ਕਰਨੇ ਆ, ਜੇ ਅਰਬੀ ਵੱਲੋਂ ਦੇਖੀਏ ਔਰ ਮਜ਼ਹਬ ਵਿੱਚ ਮਨੁੱਖ ਹੋਵੇ ਪਰਪੱਕ, ਤਾਂ ਉਸ ਜੈਸਾ ਧਨਵਾਨ ਕੋਈ ਨਹੀਂ। ਜੇਬ ਵਿੱਚ ਭਾਵੇਂ ਫੁੱਟੀ ਕੌਡੀ ਨਾ ਹੋਵੇ, ਪਰ ਉਹ ਕਰੋੜਾਂ ਦੇ ਮਾਲਕਾਂ ਨਾਲੋਂ ਵੀ ਵੱਧ ਧਨਵਾਨ ਹੈ। ਦੁਨੀ ਵਿੱਚ ਮਨੁੱਖ ਅਮੀਰ ਹੋਣਾ ਚਾਹੇ ਤੇ ਕਰੋੜਾਂ ਇਕੱਠੇ ਕਰ ਲਏ, ਲੇਕਿਨ ਦੀਨ ਉਸ ਦੇ ਪੱਲੇ ਨਾ ਹੋਵੇ ਤਾਂ ਉਹ ਕੰਗਾਲਾਂ ਦਾ ਕੰਗਾਲ ਹੈ। ਗੁਰਬਾਣੀ ਅੰਦਰ ਫਰਮਾਨ ਆਇਆ ਹੈ, ਜਿਨ ਕੈ ਪੱਲੇ ਧਨ ਵਸੈ, ਤਿਨ ਕਾ ਨਾਉ ਫਕੀਰ। ਜਿਨ ਕੈ ਹਿਰਦੈ ਤੂੰ ਵਸੈ, ਤੇ ਨਰ ਗੁਣੀ ਗਹੀਰ। ਦੀਨ ਕਮਾਉਣ ਵਾਸਤੇ ਕਿਧਰੇ ਭਟਕਣ ਦੀ ਕੋਈ ਜ਼ਰੂਰਤ ਨਹੀਂ, ਆਪਣੇ ਅੰਦਰ ਟਿਕ ਜਾਣਾ ਹੁੰਦਾ ਹੈ। ਦੁਨੀ ਕਮਾਉਣ ਵਾਸਤੇ ਟਿਕਾ ਗਵਾਚਦਾ ਔਰ ਵੱਧ ਤੋਂ ਵੱਧ ਦੌੜ ਲਗਾਉਣੀ ਪੈਂਦੀ ਹੈ। ਜਿੰਨੇ ਵੱਧ ਪਦਾਰਥ ਇਕੱਠੇ ਕਰਨੇ ਨੇ, ਓਨੀ ਵਧੇਰੇ ਦੌੜ ਵਿੱਚ ਜਾਣਾ ਪਵੇਗਾ। ਦੀਨ ਕਮਾਉਣਾ ਹੈ, ਦੀਨ ਕਮਾਉਣ ਤੋਂ ਕਿਸੇ ਦੂਜੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਤੁਸਾਂ ਆਪ ਅਸੂਲਾਂ ਦੀ ਦੁਨੀਆ ਵਿੱਚ ਜਾਣਾ ਹੈ, ਸਿਰਜਣਹਾਰ ਨਾਲ ਜੁੜਨਾ ਹੈ। ਕਿਸੇ ਦਾ ਨੁਕਸਾਨ ਕਰਨ ਦਾ ਕੋਈ ਸਵਾਲ ਹੀ ਨਹੀਂ। ਪਰਉਪਕਾਰ ਤਾਂ ਬਥੇਰੇ ਸੁੱਤੇ ਸਿੱਧ ਹੋ ਜਾਣਗੇ। ਲੇਕਿਨ ਦੁਨੀ ਕਮਾਉਣੀ ਹੋਵੇ
ਤਾਂ ਮਨੁੱਖ ਨੂੰ ਇੱਕ ਦੂਜੇ ਨਾਲ ਈਰਖਾ ਵਿੱਚੋਂ ਵੀ ਲੰਘਣਾ ਪੈਂਦਾ ਹੈ। ਇੱਕ ਦੂਜੇ ਦਾ ਵਿਰੋਧ ਵੀ ਕਰਦੇ ਹਾਂ ਅਸੀਂ, ਇੱਕ ਦੂਜੇ ਨਾਲ ਠੱਗੀ ਠੋਰਾ ਵੀ ਕਰਦੇ ਹਾਂ ਕਿ ਦੂਜੇ ਦਾ ਮਾਲ ਵੀ ਮੈਂ ਹੜੱਪ ਕਰ ਸਕਾਂ। ਅੱਖਰ ਦੋਵਾਂ ਲਫ਼ਜ਼ਾਂ ਦੇ ਬਰਾਬਰ ਨੇ, ਉਹੀ ਨੇ, ਕੇਵਲ ਲਗਾਂ ਅੱਗੇ ਪਿੱਛੇ ਕੀਤੀਆਂ ਗਈਆਂ ਹਨ। ਲੇਕਿਨ ਇਹਨੇ ਨਾਲ ਹੀ ਜ਼ਿੰਦਗੀ ਦੇ ਦੋ ਐਸੇ ਪੱਖ ਸਾਹਮਣੇ ਆਉਂਦੇ ਨੇ। ਇੱਕ ਬਿਲਕੁਲ ਨਰਕ ਦਾ ਰਸਤਾ ਹੈ, ਦੂਸਰਾ ਨਿਰੰਕਾਰ ਦਾ ਰਾਹ ਹੈ। ਮਨੁੱਖ ਕਿਉਂਕਿ ਬਾਹਰ ਦੀ ਚਮਕ ਦਮਕ ਵੱਲ ਵਧੇਰੇ ਖਿੱਚਿਆ ਗਿਆ ਹੈ, ਅੱਖਾਂ ਬਾਹਰ ਵੇਖਦੀਆਂ ਨੇ, ਕੰਨ ਬਾਹਰ ਸੁਣਦੇ ਨੇ, ਤੇ ਸਾਰੇ ਇੰਦਰੀਆਂ ਦਾ ਅਨੁਭਵ ਬਾਹਰੂਨੀ ਹੈ। ਇਸ ਲਈ ਇੱਕ ਦੂਜੇ ਨੂੰ ਦੇਖ ਕੇ ਇੱਕ ਤੋਂ ਦੂਜਾ ਵੱਧ ਕੇ ਵਧੇਰੇ ਦੌੜ ਲਾਉਣ ਲਈ ਤਤਪਰ ਹੈ ਕਿ ਦੌੜਾਂ ਜਿੰਨਾ ਹੋ ਸਕੇ ਦੂਜੇ ਤੋਂ ਅੱਗੇ ਨਿਕਲ ਜਾਵਾਂ। ਮੇਰੇ ਮਕਾਨ ਛੋਟੇ ਨੇ, ਦੂਜੇ ਦੇ ਮਹੱਲ ਉਸਰ ਗਏ ਵੱਡੇ ਵੱਡੇ। ਮੇਰੇ ਪਾਸ ਘੱਟ ਦੌਲਤ ਹੈ, ਦੂਜੇ ਪਾਸ ਵਧੇਰੇ ਹੈ। ਮੇਰੇ ਪਾਸ ਛੋਟਾ ਰੁਤਬਾ ਹੈ, ਦੂਜੇ ਪਾਸ ਵੱਡਾ ਹੈ। ਤੇ ਇੱਥੋਂ ਇੱਕ ਦੂਜੇ ਨਾਲ ਜ਼ਿੱਦ ਕੇ ਦੌੜ ਲਗਾਉਂਦੇ ਹਾਂ ਅਸੀਂ। ਲੇਕਿਨ ਦੁਨੀ ਕਮਾਉਣੀ ਬੁਰੀ ਨਹੀਂ, ਇਹ ਵੀ ਯਾਦ ਰਹੇ। ਸਤਿਗੁਰੂ ਜੀ ਨੇ ਸਾਨੂੰ ਕਿਧਰੇ ਨਹੀਂ ਵਰਜਿਆ, ਕਿਧਰੇ ਇਉਂ ਨਹੀਂ ਆਖਿਆ ਕਿ ਤੁਸਾਂ ਦੌਲਤ ਨਹੀਂ ਕਮਾਉਣੀ। ਸਾਨੂੰ ਜੋ ਉਪਦੇਸ਼ ਦਿੱਤਾ ਗਿਆ ਹੈ, ਸਿੱਖ ਦਾ ਜੀਵਨ ਬਿਆਨ ਕਰਦਿਆਂ ਭਾਈ ਗੁਰਦਾਸ ਜੀ ਨੇ ਲਿਖਿਆ ਹੈ। ਉਹ ਕਹਿੰਦੇ ਨੇ, ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਏ। ਕਿਰਤ ਕਰਨੀ ਹੈ, ਦੌਲਤ ਕਮਾਉਣੀ ਹੈ, ਪਦਾਰਥ ਭੋਗਣੇ ਨੇ। ਸੰਸਾਰ ਵਿੱਚ ਆਏ ਹਾਂ, ਸੰਸਾਰ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ। ਲੇਕਿਨ ਇੱਕ ਗੱਲ ਦਾ ਖਿਆਲ ਰੱਖਣਾ ਹੈ ਕਿ ਕਿਧਰੇ ਇਸ ਦੁਨੀ ਦੇ ਬਦਲੇ ਅਸੀਂ ਕੀਮਤ ਵਜੋਂ ਦੀਨ ਨਾ ਅਦਾ ਕਰ ਦੇਵੀਏ, ਧਰਮ ਨਾ ਗਵਾ ਬੈਠੀਏ। ਜੋ ਮਨੁੱਖ ਧਰਮ ਗਵਾ ਕੇ ਧਨ ਕਮਾਉਂਦਾ ਹੈ, ਦੀਨ ਗਵਾ ਕੇ ਦੁਨੀ ਕਮਾਉਂਦਾ ਹੈ, ਉਹ ਆਪਣੇ ਆਪ ਨਾਲ ਬਹੁਤ ਵੱਡਾ ਧੋਖਾ ਕਰ ਰਿਹਾ ਹੈ। ਉਸ ਦਾ ਕਾਰਨ ਸਪਸ਼ਟ ਹੈ। ਇਸ ਦੁਨੀਆ ਤੇ ਨਾ ਕੋਈ ਸਦਾ ਬੈਠ ਰਿਹਾ ਹੈ, ਨਾ ਕਿਸੇ ਬੈਠ ਰਹਿਣਾ ਹੈ। ਪਦਾਰਥ ਇਸ ਸੰਸਾਰ ਦੀ ਯਾਤਰਾ ਵਿੱਚ ਸਾਡੇ ਸਹਿਯੋਗੀ ਬਣ ਸਕਦੇ ਨੇ, ਲੇਕਿਨ ਜਿਸ ਵੇਲੇ ਇਸ ਦੁਨੀਆ ਨੂੰ ਛੱਡ ਕੇ ਜਾਣਾ ਹੈ, ਉਸ ਵੇਲੇ ਇਹਨਾਂ ਪਦਾਰਥਾਂ ਵਿੱਚੋਂ ਕਿਸੇ ਇੱਕ ਨੇ ਵੀ ਸਾਡਾ ਸਾਥ ਨਹੀਂ ਦੇਣਾ। ਇੱਕ ਸਿਆਣੇ ਦਾ ਕਥਨ ਹੈ, ਜਬ ਜਾਏਗਾ ਜਹਾਂ ਸੇ तो कुछ भी न पास होगा, जब जाएगा जहाँ से तो कुछ भी न पास होगा, 2 गज कफन का टुकड़ा तेरा लिबास होगा। बड़ा ਵੱਡਾ ਧੋਖਾ ਖਾਦਾ। ਅੰਬਾਰ ਲਗਾ ਦਿੱਤੇ, ਤਰ੍ਹਾਂ ਤਰ੍ਹਾਂ ਦੇ ਫੈਸ਼ਨਾਂ ਦੇ ਕੱਪੜੇ ਬਣਾ ਕੇ ਜਾਣ ਵੇਲੇ ਕਫਨ ਨਸੀਬ ਹੋਇਆ, ਕੋਈ ਬਸਤਰ ਨਾਲ ਨਾ ਗਿਆ। ਕੌਡੀ ਇਕੱਠੀ ਕਰਦਿਆਂ ਕਰੋੜਾਂ ਇਕੱਠੇ ਕਰ ਲਏ, ਤੇ ਕੌਡੀ ਵੀ ਖਰਚ ਕਰਨ ਤੋਂ ਡਰਦਾ ਰਿਹਾ ਇਹ ਘਟ ਜਾਏਗੀ। ਜਿਸ ਵੇਲੇ ਮੌਤ ਨੇ ਝਪਟ ਮਾਰੀ, ਕਰੋੜਾਂ ਵਿੱਚੋਂ ਇੱਕ ਕੌਡੀ ਨੇ ਵੀ ਸਾਥ ਨਾ ਦਿੱਤਾ। ਜਿਸ ਕਬੀਲੇ ਦੀ ਖਾਤਰ, ਜਿਨ੍ਹਾਂ ਮਹਿਲ ਮਾੜੀਆਂ ਦੀ ਖਾਤਰ ਗੁਨਾਹ ਕੀਤੇ, ਉਸ ਕਬੀਲੇ ਨੇ ਉਹਨਾਂ ਮਹਿਲ ਮਾੜੀਆਂ ਵਿੱਚ ਇੱਕ ਘੜੀ ਵੀ ਨਾ ਰੱਖਿਆ। ਆਦ ਘਰੀ ਕੋਊ ਨਹਿ ਰਾਖੈ, ਘਰ ਤੇ ਦੇਤ ਨਿਕਾਰ। ਮਨੁੱਖ ਦੁਨੀ ਦੇ ਪਿੱਛੇ ਲੱਗ ਕੇ ਅਗਰ ਦੀਨ ਗਵਾ ਲਵੇ, ਔਰ ਦੁਨੀ ਸਾਥ ਦਿੰਦੀ ਨਹੀਂ ਕਿਸੇ ਦਾ ਵੀ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ। ਹਜ਼ੂਰ ਆਖਦੇ ਨੇ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਤੂੰ ਸੰਸਾਰ ਵਿੱਚ ਇਕੱਠੇ ਕੀਤੇ ਪਦਾਰਥ ਨਾਲ ਲੈ ਜਾਣ ਦੀ ਸੋਚਦਾ ਹੈ ਕਿ ਇਹ ਤੇਰੇ ਬਣ ਜਾਣਗੇ। ਸਰੀਰ ਤੇਰੇ ਨਾਲ ਸੰਸਾਰ ਤੇ ਆਇਆ, ਨਹੀਂ ਤੇ ਜ਼ਿੰਦਗੀ ਨਹੀਂ ਸੀ ਹੋਣੀ। ਮਿੱਤਰਾ, ਸਰੀਰ ਵੀ ਕਦੀ ਕਿਸੇ ਦਾ ਨਾਲ ਨਹੀਂ ਗਿਆ। ਸੰਸਾਰ ਦੇ ਪਦਾਰਥਾਂ ਨੇ ਤਾਂ ਕੀ ਜਾਣਾ ਹੈ। ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਗਫਲਤ ਵਿੱਚ ਗਲਤਾਨ ਬੰਦੇ ਨੂੰ, ਗਫਲਤ ਵਿੱਚ ਗਲਤਾਨ ਮਨ ਨੂੰ ਨੌਵੇਂ ਪਾਤਸ਼ਾਹ ਸੁੱਤਾ ਹੋਇਆ ਆਖਦੇ ਨੇ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਸੁਪਨਿਆਂ ਵਿੱਚ ਨਾ ਭੁੱਲ। ਸੁਪਨੇ ਦੇ ਪਦਾਰਥ ਕਦੀ ਕਿਸੇ ਦਾ ਸਾਥ ਨਹੀਂ ਦਿੰਦੇ। ਭਿਖਾਰੀ ਸਮਰਾਟ ਹੋਣ ਦਾ ਸੁਪਨਾ ਲੱਖ ਪਿਆ ਦੇਖੇ, ਪਰ ਸਮਰਾਟ ਨਹੀਂ ਹੋ ਜਾਂਦਾ। ਕਬੀਰ ਸਾਹਿਬ ਕਹਿੰਦੇ ਨੇ, ਦੁਨੀ ਵਿੱਚ ਲੱਗ ਕੇ ਇਸ ਬੰਦੇ ਨੇ ਦੀਨ ਗਵਾ ਲਿਆ, ਔਰ ਇਹ ਹਾਰੇ ਹੋਏ ਜੁਆਰੀ ਵਾਲਾ ਕਰਮ ਸੀ। ਜੋ ਨਾਲ ਨਿਭ ਸਕਦਾ ਸੀ ਉਹ ਛੱਡ ਦਿੱਤਾ ਹੈ। ਜਿਸ ਨੇ ਨਾਲ ਨਿਭਣਾ ਨਹੀਂ, ਉਸ ਦੀ ਖਾਤਰ ਛੱਡਿਆ ਹੈ। ਮਰਨ ਵੇਲੇ ਮੁੱਠੀਆਂ ਖੁੱਲ੍ਹ ਜਾਂਦੀਆਂ ਨੇ ਸੰਗਤ ਜੀਓ। ਬੱਚਾ ਆਉਂਦਾ ਹੈ, ਮੁੱਠੀਆਂ ਬੰਦ ਨੇ, ਮਨੁੱਖ ਜਾਂਦਾ ਹੈ, ਮੁੱਠੀਆਂ ਖੁੱਲ੍ਹੀਆਂ ਨੇ। ਕੇਵਲ ਸਿਕੰਦਰ ਦੇ ਹੱਥ ਹੀ ਖਾਲੀ ਨਹੀਂ ਸਨ ਬਾਹਰ, ਹਰ ਇਨਸਾਨ ਦੇ ਹੱਥ ਖਾਲੀ ਰਹਿ ਜਾਂਦੇ ਨੇ। ਤੇ ਖੁੱਲ੍ਹੀਆਂ ਮੁੱਠੀਆਂ ਇਹ ਖਬਰ ਦਿੰਦੀਆਂ ਨੇ ਖਾਲੀ ਹੱਥ ਗਿਆ ਹੈ। ਬੰਦ ਮੁੱਠੀਆਂ ਖਬਰ ਦਿੰਦੀਆਂ ਸਨ, ਇਹ ਜਹਾਨ ਤੇ ਆਇਆ ਹੈ ਬੱਚਾ, ਇਸ ਦੇ ਪਾਸ ਸਵਾਸਾਂ ਦੀ, ਜ਼ਿੰਦਗੀ ਦੀ ਕੁਝ ਪੂੰਜੀ ਹੈ। ਜਾਣ ਵੇਲੇ ਉਹ ਖਰਚੀ ਗਈ। ਸਮਾਪਤ ਕਰਕੇ ਮਨੁੱਖ ਖਾਲੀ ਹੱਥ ਸੰਸਾਰ ਤੋਂ ਤੁਰ ਗਿਆ। ਕਬੀਰ ਸਾਹਿਬ ਕਹਿੰਦੇ ਨੇ, ਜਿਨ੍ਹਾਂ ਪਦਾਰਥਾਂ ਸਾਥ ਨਹੀਂ ਦੇਣਾ, ਉਹਨਾਂ ਦੀ ਖਾਤਰ ਦੀਨ ਗਵਾ ਲਿਆ, ਧਰਮ ਗਵਾ ਲਿਆ। ਔਰ ਧਰਮ ਵਿੱਚ ਜਿਹੜਾ ਮਨੁੱਖ ਜੁੜਦਾ ਹੈ, ਦੀਨ ਵਿੱਚ, ਮਜ਼ਹਬ ਵਿੱਚ, ਉਹ ਨਿਰੰਕਾਰ ਦੇ ਅੱਗੇ ਦੀਨ ਬਣ ਕੇ ਰਹਿੰਦਾ ਹੈ। ਇੱਥੇ ਅਰਬੀ ਤੇ ਸੰਸਕ੍ਰਿਤ ਇਕੱਠੀਆਂ ਹੋ ਜਾਂਦੀਆਂ ਨੇ। ਧਰਮ ਵਿੱਚ ਪਰਪੱਕ ਵਿਅਕਤੀ ਮਾਲਕ ਅੱਗੇ ਦੀਨ ਬਣ ਕੇ ਖੜੋ ਜਾਂਦਾ ਹੈ, ਮੈਂ ਗਰੀਬੜਾ। ਤੇ ਦੁਨੀ ਵਿੱਚ ਲੱਗਾ ਹੋਇਆ ਬੰਦਾ ਸੱਚਮੁੱਚ ਦੀਨ ਬਣ ਜਾਂਦਾ ਹੈ। ਉਸ ਦੇ ਅੰਦਰਲੀ ਗਰੀਬੀ ਨੂੰ ਦੁਨੀਆ ਦੀ ਸਾਰੀ ਦੌਲਤ ਦੇ ਕੇ ਵੀ ਤੁਸੀਂ ਖਤਮ ਨਾ ਕਰ ਸਕੋਗੇ। ਇਹ ਕਦੀ ਤ੍ਰਿਪਤ ਹੋਣ ਵਾਲੀ ਭੁੱਖ ਹੈ ਹੀ ਨਹੀਂ। ਸਹਸ ਖੱਟੇ ਲੱਖ ਕੋਠ ਧਾਵੈ, ਤ੍ਰਿਪਤ ਨ ਆਵੈ, ਮਾਇਆ ਪਾਛੈ ਪਾਵੈ। ਇੱਥੋਂ ਸਿਕੰਦਰ ਵੀ ਭੁੱਖੇ ਹੀ ਗਏ ਨੇ। ਇੱਥੋਂ ਕਾਰੂ ਵਰਗੇ ਵੀ ਭਿਖਾਰੀਆਂ ਦੀ ਨਿਆਈ ਜਹਾਨ ਤੋਂ ਗਏ ਨੇ। ਬਿਰਤੀ ਉਸੇ ਤਰ੍ਹਾਂ ਸੀ, ਸੰਤੁਸ਼ਟ ਨਾ ਹੋ ਸਕੇ। ਔਰ ਇਹ ਗਰੀਬੀ ਸਾਫ਼ ਦਿਖਾਈ ਦਿੰਦੀ ਹੈ। ਜਾਣ ਵੇਲੇ ਮਨੁੱਖ ਝੂਰਦਾ ਕਿਉਂ ਹੈ? ਮੌਤ ਤੋਂ ਡਰਦਾ ਕਿਉਂ ਹੈ? ਕਾਰਨ ਸਪਸ਼ਟ ਹੈ। ਸਾਰੀ ਜ਼ਿੰਦਗੀ ਜਿਹੜੀ ਦੌੜ ਲਗਾਈ, ਲੱਖ ਹੇਰਾ ਫੇਰੀਆਂ ਕਰਕੇ ਜੋ ਇਕੱਠਾ ਕੀਤਾ, ਕੁਝ ਵੀ ਤਾਂ ਸਾਥ ਜਾਂਦਾ ਦਿਖਾਈ ਦਿੰਦਾ ਨਹੀਂ। ਖਾਲੀ ਨੇ ਹੱਥ। ਤੁਸੀਂ ਹੱਥਾਂ ਵਿੱਚ ਕੁਝ ਭਰ ਵੀ ਦਿਓ, ਹੱਥ ਹੀ ਨਾਲ ਨਹੀਂ ਜਾਂਦੇ, ਤਾਂ ਹੱਥਾਂ ਵਿੱਚ ਪਕੜੀ ਹੋਈ ਵਸਤੂ ਨੇ ਕੀ ਨਾਲ ਜਾਣਾ ਹੈ। ਇਸ ਲਈ ਕਬੀਰ ਸਾਹਿਬ ਕਹਿੰਦੇ ਨੇ, ਦੇਖੋ ਮਨੁੱਖ ਦੀ ਸਭ ਕੁਝ ਦੇਖਣ ਸਮਝਣ ਦੇ ਬਾਵਜੂਦ ਵੀ ਕਿੱਡੀ ਵੱਡੀ ਗਫਲਤ ਹੈ। ਦੁਨੀ ਦੀ ਖਾਤਰ ਦੀਨ ਗਵਾ ਦਿੱਤਾ। ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨ ਚਾਲੀ ਸਾਥ, ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹਾਥ।
ਖਿਆਲ ਰੱਖਣਾ ਸਾਡੀ ਜ਼ਿੰਦਗੀ ਦਾ ਨੁਕਸਾਨ ਕੋਈ ਦੂਸਰਾ ਨਹੀਂ ਕਰਦਾ। ਅਗਰ ਸਾਡੀ ਜ਼ਿੰਦਗੀ ਵਿੱਚ ਝੁਰੇਵੇਂ ਨੇ, ਚਿੰਤਾਵਾਂ ਨੇ, ਜਾਂ ਅੰਦਰ ਵਿਕਾਰਾਂ ਦੇ ਕੋਲੇ ਭਖ ਰਹੇ ਨੇ, ਤਾਂ ਉਸ ਦੇ ਪਿੱਛੇ ਕਾਰਨ ਸਾਡੀ ਆਪਣੀ ਸੋਚ ਹੈ, ਆਪਣੇ ਕੀਤੇ ਕਰਮ ਨੇ। ਬੀਜ ਗਲਤ ਬੀਜਨੇ ਆ ਤੇ ਫਲ ਚੰਗੇ ਪਾਲਦੇ ਹਾਂ। ਐਸਾ ਗਾਫਿਲ ਹੈ ਇਹ ਮਨੁੱਖ, ਪਾਏ ਕੁਹਾੜਾ ਮਾਰਿਆ ਗਾਫਿਲ ਆਪਣੇ ਹੱਥ। ਆਪਣੇ ਹੱਥਾਂ ਨਾਲ ਆਪਣੇ ਪੈਰਾਂ 'ਤੇ ਜੋ ਆਪ ਕੁਹਾੜਾ ਮਾਰੇ, ਉਸ ਨੂੰ ਸਿਆਣਾ ਤਾਂ ਨਹੀਂ ਆਖਿਆ ਜਾ ਸਕਦਾ। ਔਰ ਪੈਰ ਬੜੇ ਕੀਮਤੀ ਨੇ। ਕਦੀ ਕੋਈ ਸਿਰ ਨੂੰ ਮੱਥਾ ਟੇਕਦਾ ਨਹੀਂ ਦੇਖਿਆ ਹੋਵੇਗਾ, ਹੱਥਾਂ ਨੂੰ ਮੱਥਾ ਟੇਕਦਾ ਨਹੀਂ ਡਿੱਠਾ ਹੋਵੇਗਾ, ਪੈਰਾਂ 'ਤੇ ਹੀ ਝੁਕਿਆ ਜਾਂਦਾ ਹੈ। ਕਿਉਂ? ਜਿਵੇਂ ਕਿਸੇ ਮਹੱਲ ਦੀਆਂ ਨੀਹਾਂ ਹੋਣ। ਸਰੀਰ ਦੇ ਮਹੱਲ ਨੂੰ ਬੈਲੈਂਸ ਵਿੱਚ ਰੱਖਣ ਵਾਲੇ, ਖੜਾ ਕਰਨ ਵਾਲੇ ਇਹ ਪੈਰ ਨੇ। ਔਰ ਸਿਆਣੇ ਪੁਰਸ਼ 20 ਕਦਮ ਪੁੱਟਦੇ ਨੇ ਤਾਂ ਉਹ ਧਿਆਨ ਨਾਲ ਪੁੱਟਦੇ ਨੇ, ਅਗਲਾ ਪੈਰ ਮੈਂ ਜਿੱਥੇ ਟਿਕਾਉਣਾ ਹੈ ਉੱਥੇ ਚਿੱਕੜ ਤਾਂ ਨਹੀਂ, ਰਸਤਾ ਸਾਫ਼ ਹੈ, ਕੰਡੇ ਤਾਂ ਨਹੀਂ। ਜੋ ਮਨੁੱਖ ਬੇਧਿਆਨੀ ਨਾਲ ਚੱਲਦਾ ਹੈ, ਜਿਸ ਨੂੰ ਇਹ ਨਹੀਂ ਪਤਾ ਪੈਰ ਕੱਟਣੇ ਤਾਂ ਦੂਰ, ਜਿਹਨੂੰ ਪੈਰ ਰੱਖਣ ਦੀ ਸਮਝ ਨਾ ਹੋਵੇ, ਉਹ ਵੀ ਧੋਖਾ ਖਾ ਜਾਂਦਾ ਹੈ। ਉਹ ਖੱਡ ਵਿੱਚ ਵੀ ਡਿੱਗ ਸਕਦਾ ਹੈ, ਉਹ ਦਰਿਆ ਵਿੱਚ ਵੀ ਡਿੱਗ ਸਕਦਾ ਹੈ, ਚੋਟਾਂ ਵੀ ਖਾ ਸਕਦਾ ਹੈ, ਰੁੜ ਵੀ ਸਕਦਾ ਹੈ, ਅੱਗ ਵਿੱਚ ਵੀ ਡਿੱਗ ਸਕਦਾ ਹੈ। ਜਿਸ ਨੇ ਜੀਵਨ ਅੰਦਰ ਕਦਮ ਦੇਖ ਕੇ ਨਹੀਂ ਟਿਕਾਇਆ, ਉਹ ਮਨੁੱਖ ਕਦੀ ਵੀ, ਕਿਸੇ ਵੇਲੇ ਵੀ, ਕਿਸੇ ਥਾਂ ਵੀ, ਕਿਸੇ ਵੀ ਪ੍ਰਕਾਰ ਦਾ ਧੋਖਾ ਖਾ ਸਕਦਾ ਹੈ। ਜੀਵਨ ਇੱਕ ਯਾਤਰਾ ਹੈ। ਇੱਕ ਇੱਕ ਕਦਮ ਸੋਚ ਸੋਚ ਕੇ ਰੱਖਣ ਦੀ ਜ਼ਰੂਰਤ ਹੈ। ਸੰਭਲ ਸੰਭਲ ਕਦਮ ਟਿਕਾਈ, ਬੁੱਲੇ ਨੇ ਆਖਿਆ ਹੈ। ਲੇਕਿਨ ਇਹ ਮਨੁੱਖ ਤੁਰਦਾ ਕਿਸੇ ਪਾਸੇ ਹੈ, ਦੇਖਦਾ ਕਿਸੇ ਪਾਸੇ ਹੈ। ਜੀਵਨ ਦੀ ਯਾਤਰਾ ਹੀ ਠੀਕ ਨਹੀਂ। ਤੇ ਜੋ ਕਰਮ ਕਮਾ ਰਿਹਾ ਹੈ ਉਹ ਹੋਰ ਵੀ ਖਤਰਨਾਕ ਨੇ। ਇਸ ਨੇ ਆਪਣੇ ਹੱਥਾਂ ਵਿੱਚ ਕੁਹਾੜਾ ਪਕੜ ਲਿਆ ਹੈ ਤੇ ਉਹ ਕੁਹਾੜਾ ਵੀ ਆਪਣੇ ਪੈਰਾਂ 'ਤੇ ਆਪ ਚਲਾ ਲਿਆ। ਪੈਰ ਕੱਟੇ ਗਏ, ਯਾਤਰਾ ਤਾਂ ਦੂਰ ਦੀ ਬਾਤ, ਇਹ ਸਿੱਧਾ ਖੜ ਵੀ ਨਾ ਸਕੇਗਾ। ਇਉਂ ਹੀ ਜ਼ਿੰਦਗੀ ਦੇ ਅੰਦਰ ਜਿਹੜੇ ਬੰਦੇ ਦੁਨੀ ਪਿੱਛੇ ਲੱਗ ਕੇ ਦੀਨ ਗਵਾ ਲੈਂਦੇ ਨੇ, ਦਰਅਸਲ ਉਹ ਆਪਣੇ ਪੈਰੀਂ ਕੁਹਾੜਾ ਮਾਰ ਲੈਂਦੇ ਨੇ। ਪਰਮਾਤਮਾ ਤੱਕ ਦੀ ਯਾਤਰਾ ਤਾਂ ਕਰਨ ਦਾ ਕੋਈ ਸਵਾਲ ਹੀ ਨਹੀਂ। ਇਸ ਜੀਵਨ ਦੀ ਸੰਸਾਰਕ ਯਾਤਰਾ ਵਿੱਚ ਵੀ ਉਹ ਬੈਲੈਂਸ ਵਿੱਚ ਖੜੇ ਦਿਖਾਈ ਨਹੀਂ ਦੇਣਗੇ। ਦੁਨੀ ਪਿੱਛੇ ਲੱਗਾ ਹੋਇਆ ਬੰਦਾ ਦਰ ਦਰ ਖੁਸ਼ਾਮਦਾ ਕਰਦਾ ਹੋਇਆ ਦਿਖਾਈ ਦੇਵੇਗਾ। ਜਿੱਥੋਂ 4 ਛਿੱਲੜ ਮਿਲਦੇ ਨੇ, ਦੁਨਿਆਵੀ ਪ੍ਰਾਪਤੀ ਹੁੰਦੀ ਏ, ਉੱਥੇ ਹੀ ਨੱਕ ਕਸਾਈ ਜਾਂਦਾ ਹੈ। ਥਾਂ ਥਾਂ ਐਸੀ ਤਸਵੀਰ ਤੁਹਾਨੂੰ ਖਲਕਤ ਦੀ ਦਿਖਾਈ ਦੇ ਸਕਦੀ ਹੈ। ਥਾਂ ਥਾਂ ਚੁੱਕਦਾ ਹੈ, ਜ਼ਮੀਰ ਵੇਚਦਾ ਹੈ। ਲੇਕਿਨ ਗੈਰਤਮੰਦ ਬੰਦੇ ਇੰਜ ਨਹੀਂ ਕਰਦੇ। ਜਿਨ੍ਹਾਂ ਨੇ ਕੋਈ ਅਸੂਲਾਂ ਨੂੰ ਅਪਣਾ ਲਿਆ ਹੈ, ਗਰਦਨ ਬੇਤਮਾ ਬੁਲੰਦ ਬਵਦ, ਜਿਨ੍ਹਾਂ ਅੰਦਰ ਤਮਾ ਨਹੀਂ, ਦੁਨੀ ਦਾ ਲਾਲਚ ਨਹੀਂ, ਉਹਨਾਂ ਦੀ ਗਰਦਨ ਬੁਲੰਦ ਰਹਿੰਦੀ ਹੈ। ਉਹ ਐਵੇਂ ਨਹੀਂ ਝੁਕੇ ਫਿਰਦੇ, ਖੁਸ਼ਾਮਦਾ ਨਹੀਂ ਕਰਦੇ। ਇਹ ਲਾਲਚ ਦੀ ਆਦਤ ਹੈ। ਬਿਰਥਾ ਕਹੋ ਕੌਣ ਸਿਓ ਮਨ ਕੀ, ਲੋਭ ਗ੍ਰਸਿਓ ਦਸਹੂ ਦਿਸ ਧਾਵਤ, ਆਸਾ ਲਾਗਿਓ ਤਨ ਕੀ। ਲਾਲਚ ਵਿੱਚ ਗ੍ਰਸਿਆ ਹੋਇਆ 10 ਦਿਸ਼ਾਵਾਂ ਵਿੱਚ ਦੌੜਦਾ ਹੈ, ਭਟਕਦਾ ਹੀ ਹੈ, ਦੌੜਦਾ ਕੀ ਹੈ। ਆਸਾ ਹੈ ਅੰਦਰ ਧਨ ਹੋਰ ਮਿਲ ਜਾਏ, ਦੁਆਰ ਹੈ ਦੁਆਰ ਸਵਾਨ ਜਿਉਂ ਡੋਲਤ,
ਨਹਿ ਸੁਧ ਰਾਮ ਭਜਨ ਕੀ ਮਾਲਕ ਭੁੱਲ ਗਿਆ ਹੈ ਤੇ ਦੁਆਰ ਦੁਆਰ ਤੇ ਭਟਕਦਾ ਹੈ। ਇਹ ਕੋਈ ਯਾਤਰਾ ਨਹੀਂ, ਖਿਆਲ ਰੱਖਣਾ। ਯਾਤਰਾ ਤਾਂ ਸੀ ਇਨਸਾਨ ਦੀ ਭਗਵਾਨ ਵੱਲ ਹੋ ਜਾਂਦੀ। ਇਹ ਯਾਤਰਾ ਨਹੀਂ, ਭਟਕਣਾ ਹੈ। ਔਰ ਇਸ ਨੇ ਕੁਹਾੜਾ ਆਪਣੇ ਹੱਥ ਫੜ ਲਿਆ, ਆਪਣੇ ਪੈਰਾਂ ਤੇ ਮਾਰਨ ਲਈ। ਬੇਈਮਾਨੀਆਂ ਕੀਤੀਆਂ ਕਿਰਤ ਵਿੱਚ, ਕਮਾਈ ਹੋਈ ਦੌਲਤ ਖਰਚ ਕੀਤੀ ਵਿਕਾਰਾਂ ਤੇ। ਇਹ ਆਪਣੇ ਪੈਰੀਂ ਕੁਹਾੜਾ ਮਾਰਨਾ ਨਹੀਂ ਤਾਂ ਹੋਰ ਕੀ ਹੈ। ਪਹਿਲੀ ਗੱਲ, ਸਵਾਸਾਂ ਦੀ ਪੂੰਜੀ ਬੇਕਾਰ ਗਵਾ ਲਈ। ਵਿਕਾਰਾਂ ਨੇ ਸਰੀਰ ਰੋਗੀ ਕਰ ਦਿੱਤਾ। ਨਿਰੰਕਾਰ ਵੱਲੋਂ ਟੁੱਟਾ ਹੋਇਆ, ਸੰਸਾਰ ਵਿੱਚ ਗ੍ਰਸਿਆ ਹੋਇਆ, ਤ੍ਰਿਸ਼ਨਾ ਦਾ ਗੁਲਾਮ ਲੱਖਾਂ ਵੈਰ ਵਿਰੋਧ ਖੜੇ ਕਰ ਲਏ। ਜਿੰਨੇ ਵੈਰ ਵਿਰੋਧ ਖੜੇ ਕੀਤੇ, ਓਨੀ ਹੀ ਅੰਦਰ ਚਿੰਤਾ ਵੀ ਖੜੀ ਹੋ ਗਈ। ਮਨੁੱਖ ਦੀ ਹਾਲਤ ਬੜੀ ਭਿਅੰਕਰ ਹੈ। ਇਸ ਗਾਫਲ ਨੇ ਬੜੀ ਵੱਡੀ ਗੁਸਤਾਖੀ ਕੀਤੀ। ਦੀਨ ਤੇ ਦੁਨੀ ਦੋਹਾਂ ਦੀ ਵੱਖਰੀ ਵੱਖਰੀ ਅਹਿਮੀਅਤ ਨੂੰ ਪਹਿਚਾਣ ਨਾ ਸਕਿਆ। ਦੁਨੀ ਵਾਰ ਦਿੱਤੀ ਜਾਂਦੀ ਦੀਨ ਦੀ ਖਾਤਰ ਤਾਂ ਕੋਈ ਗੱਲ ਸੀ, ਲੇਕਿਨ ਇਸ ਨੇ ਉਲਟਾ ਕੀਤਾ, ਦੁਨੀ ਦੀ ਖਾਤਰ ਦੀਨ ਕੁਰਬਾਨ ਕਰ ਦਿੱਤਾ। ਦੇਖੋ, ਜਿਨ੍ਹਾਂ ਨੂੰ ਦੀਨ ਪਿਆਰਾ ਸੀ, ਧਰਮ ਪਿਆਰਾ ਸੀ, ਭਾਈ ਮਤੀ ਦਾਸ ਜੀ ਦੇ ਸੀਸ ਤੇ ਆਰਾ ਚੱਲਣ ਲੱਗਾ ਹੈ ਤੇ ਉਹ ਕਹਿ ਕੀ ਰਹੇ ਨੇ? ਸ਼ਰਤ ਉਹਨਾਂ ਦੇ ਸਾਹਮਣੇ ਵੀ ਸੀ, ਆਪਣਾ ਦੀਨ, ਆਪਣਾ ਧਰਮ ਛੱਡ ਦਿਓ। ਕੇਵਲ ਇਸਲਾਮ ਹੀ ਦੀਨ ਨਹੀਂ, ਮਤਾਂ ਕੋਈ ਇਸ ਭੁਲੇਖੇ ਵਿੱਚ ਰਹੇ, ਲੇਕਿਨ ਕੱਟੜਪੰਥੀ ਆਖਦੇ ਸਨ ਦੀਨੇ ਇਸਲਾਮ ਵਿੱਚ ਆ ਜਾਓ, ਆਪਣਾ ਧਰਮ ਤਿਆਗ ਦਿਓ, ਗੁਰੂ ਤੇਗ ਬਹਾਦਰ ਸਾਹਿਬ ਤੋਂ ਮੁਨੱਕਰ ਹੋ ਜਾਓ। ਮਤੀ ਦਾਸ ਨੇ ਆਖਿਆ, ਇਹ ਹਰਗਿਜ਼ ਨਹੀਂ ਹੋ ਸਕੇਗਾ। ਧਰਮ ਛੱਡ ਦਿੱਤਾ, ਤੁਸੀਂ ਆਖਦੇ ਹੋ ਧਨ ਨਾਲ ਮਾਲਾ ਮਾਲ ਕਰ ਦੇਵਾਂਗੇ। ਤੁਹਾਡੇ ਪਾਸ ਧਨ ਹੈ, ਕੋਈ ਨਾਲ ਲੈ ਕੇ ਜਾਓਗੇ ਜਾਂ ਤੁਸਾਂ ਸਦਾ ਬੈਠ ਰਹਿਣਾ ਹੈ? ਮੈਂ ਆਪਣੇ ਗੁਰੂ ਤੋਂ ਬੇਮੁਖ ਨਹੀਂ ਹੋਵਾਂਗਾ। ਇਹ ਅਸੂਲ ਨੇ, ਸਿਧਾਂਤ ਨੇ, ਦੀਨ ਹੈ, ਧਰਮ ਹੈ। ਆਰੇ ਨੂੰ ਵੀ ਪਿਆਰਾ ਆਖਿਆ, ਕਿਉਂ? ਕਿਉਂਕਿ ਧਰਮ ਬਚਦਾ ਹੈ, ਦੀਨ ਬਚਦਾ ਹੈ। ਦੁਨੀ ਜਾਂਦੀ ਏ ਤੇ ਜਾਏ, ਇੱਕ ਦਿਨ ਜਾਏਗੀ ਹੀ। ਕਿਸ ਦਾ ਸਾਥ ਇਸ ਦੁਨੀ ਨੇ ਦਿੱਤਾ ਹੈ? ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਨਾਏ। ਸਿਰ ਜਾਏ ਤੋ ਜਾਏ, ਪਰ ਸਿੱਖੀ ਸਿਦਕ ਨਾ ਜਾਏ। ਧਰਮੀ ਪੁਰਸ਼ ਧਰਮ ਕਮਾਉਂਦਾ ਹੈ ਤੇ ਉਸ ਦੀ ਖਾਤਰ ਧਨ ਕੁਰਬਾਨ ਵੀ ਹੋ ਜਾਏ ਤਾਂ ਪਰਵਾਹ ਨਹੀਂ ਕਰਦਾ। ਉਹ ਧਨ ਦੀ ਖਾਤਰ ਕਦੀ ਵੀ ਧਰਮ ਨੂੰ ਨਹੀਂ ਵੇਚਿਆ ਕਰਦਾ। ਲੇਕਿਨ ਜੋ ਮਨੁੱਖ ਦੁਨੀ ਦੇ ਮੋਹ ਵਿੱਚ ਗਲਤਾਨ ਹੋ ਜਾਏ, ਉਸ ਦੀ ਹਾਲਤ ਉਲਟੀ ਹੈ। ਉਹ ਸਮਝਦਾ ਤਾਂ ਆਪਣੇ ਆਪ ਨੂੰ ਹੈ ਕਿ ਮੈਂ ਬਹੁਤ ਸਿਆਣਾ ਹਾਂ, ਇੱਕ ਕੌਡੀ ਹੱਥੋਂ ਨਹੀਂ ਛੱਡਦਾ। ਲੇਕਿਨ ਕੌਡੀ ਨੂੰ ਕੋਈ ਪਰਵਾਹ ਨਹੀਂ, ਤੂੰ ਨਾ ਛੱਡ, ਉਸਨੇ ਸਾਥ ਛੱਡ ਦੇਣਾ ਹੈ। ਜ਼ਿੰਦਗੀ ਤੇਰੀ, ਜਿਸ ਨੂੰ ਤਹਿਜ਼ੀਬ ਆਖਦੀ ਹੈ, ਇਹ ਤਹਿਜ਼ੀਬ ਨਹੀਂ। तुम्हारी तहजीब अपने खंजर से आप ही खुदकशी करेगी। जो शाख नाजुक पे आशियाना बनेगा, ना पायदार होगा। अलामा इकबाल ने आख्या। बुल्ले शाह ने बड़ी प्यारी गल आखी। वो आखन लगे, मैं देखदा हाँ लोग धन की खातर धर्म वेच रहे ने। बड़ी अजीब जही प्रथा रही। मैं हज कर आया हाँ, हज का फल तू लैना है ते माया दे। ਜ਼ਰੂਰ ਐਸੀ ਪਰੰਪਰਾ ਰਹੀ ਹੋਵੇਗੀ ਕਿ ਦੌਲਤ ਲੈ ਕੇ ਆਪਣੇ ਧਰਮ ਦੇ ਕਰਮ ਦਾ ਫਲ ਦੂਜੇ ਨੂੰ ਸੌਂਪਣ ਦਾ ਬਚਨ ਕਰਨਾ। ਨਹੀਂ ਤਾਂ ਹਜ਼ਰਤ ਬੁੱਲੇ ਸ਼ਾਹ ਕਦੀ ਇੰਜ ਨਾ ਲਿਖਦੇ। ਉਹਨਾਂ ਲਿਖਿਆ, ਕਈ ਹਾਜੀ ਬਣ ਬਣ ਆਏ ਜੀ,
ਗਲ ਨੀਲੇ ਜਾਮੇ ਪਾਏ ਜੀ, ਹੱਜ ਵੇਚ ਟਕੇ ਲੈ ਖਾਏ ਜੀ, ਭਲਾ ਇਹ ਗੱਲ ਕਿਹਨੂੰ ਭਾਏ ਜੀ। ਕੋਈ ਬਾਤ ਸੱਚੀ ਵੀ ਲੁਕਦੀ ਏ, ਗੱਲ ਇੱਕ ਨੁਕਤੇ ਵਿੱਚ ਮੁੱਕਦੀ ਏ। ਹੱਜ ਵੇਚ ਕੇ ਟਕੇ ਲੈ ਲੈਣੇ, ਇਹ ਤਾਂ ਕੋਈ ਗੱਲ ਨਾ ਹੋਈ। ਕਬੀਰ ਸਾਹਿਬ ਕਹਿੰਦੇ ਨੇ ਗਾਫਲ ਆਦਮੀ ਦੀਆਂ ਨਿਸ਼ਾਨੀਆਂ ਨੇ, ਜਿਹੜਾ ਧਨ ਦੀ ਖਾਤਰ ਧਰਮ ਤਿਆਗ ਦਿੰਦਾ ਹੈ। ਆਪਣੇ ਪੈਰੀਂ ਕੁਹਾੜਾ ਮਾਰ ਲਿਆ, ਪਰਮਾਰਥ ਦੀ ਯਾਤਰਾ ਇਹ ਨਹੀਂ ਕਰ ਸਕੇਗਾ। ਜ਼ਿੰਦਗੀ ਅਨਬੈਲੈਂਸਡ ਹੋਵੇਗੀ ਔਰ ਇਸ ਦੇ ਪੱਲੇ ਕੇਵਲ ਖੁਆਰੀ ਰਹਿ ਜਾਏਗੀ। ਆਪਣੇ ਹੱਥੀਂ ਕੋਈ ਦੂਜਾ ਵੀ ਨਹੀਂ ਕੁਹਾੜਾ ਮਾਰ ਰਿਹਾ। ਹਰ ਕਰਮ ਅਸੀਂ ਖੁਦ ਕਰਨੇ ਆ, ਨਤੀਜੇ ਵੀ ਖੁਦ ਭੁਗਤਣੇ ਪੈਂਦੇ ਨੇ। ਸਾਡੀ ਹਾਲਤ ਉਸ ਸ਼ੇਖ ਚਿਲੀ ਵਾਲੀ ਹੈ, ਜਿਹੜਾ ਇੱਕ ਟਹਿਣੇ ਤੇ ਬੈਠਾ ਹੋਇਆ ਦਰਖਤ ਦੇ ਉਸੇ ਟਹਿਣੇ ਨੂੰ ਕੱਟ ਰਿਹਾ ਸੀ। ਕਿਸੇ ਸਿਆਣੇ ਨੇ ਰਾਹ ਚੋਂ ਲੰਘਦਿਆਂ ਇਹ ਡਿੱਠਾ। ਉਹ ਹੈਰਾਨ ਹੋਇਆ ਕਿ ਬੜੀ ਮੂਰਖਤਾ ਦੀ ਗੱਲ ਹੈ, ਜਿਸ ਟਹਿਣੇ ਤੇ ਬੈਠਾ ਹੈ ਉਸੇ ਨੂੰ ਕੱਟ ਰਿਹਾ ਹੈ। ਅਸੀਂ ਮਨੁੱਖੀ ਜਾਮੇ ਦੀ ਟਹਿਣੇ ਤੇ ਬੈਠੇ ਹੋਏ ਟਹਿਣੀ ਤੇ ਬੈਠੇ ਇਸੇ ਨੂੰ ਕੱਟ ਰਹੇ ਹਾਂ। ਖਿਆਲ ਰੱਖਣਾ, ਸੰਵਾਰ ਨਹੀਂ ਰਹੇ, ਬਰਬਾਦ ਕਰ ਰਹੇ ਹਾਂ। ਉਸਨੇ ਆਖਿਆ, ਸ਼ੇਖ ਚਿੱਲੀ ਇਸ ਨੂੰ ਨਾ ਕੱਟ। ਉਹਨੇ ਪੁੱਛਿਆ, ਤੈਨੂੰ ਕੀ? ਰਾਹਗੀਰ ਸਿਆਣਾ ਸੀ, ਉਸਨੇ ਆਖਿਆ, ਮੈਨੂੰ ਤਾਂ ਕੁਝ ਨਹੀਂ, ਪਰ ਤੂੰ ਡਿੱਗ ਪਵੇਂਗਾ, ਚੋਟਾਂ ਲੱਗ ਜਾਣਗੀਆਂ। ਟਾਹਣਾ ਕੱਟਣਾ ਇਹਨੇ ਕੱਟਿਆ ਜਾਣਾ ਹੈ। ਉਸਨੇ ਇੱਕ ਨਾ ਸੁਣੀ। ਉਹਨੇ ਆਖਿਆ, ਜਿੱਥੋਂ ਮੈਂ ਕੱਟ ਰਿਹਾ ਹਾਂ ਉੱਥੇ ਮੈਂ ਬੈਠਾ ਨਹੀਂ, ਆਰੀ ਹੋਰ ਥਾਂ ਚੱਲ ਰਹੀ ਹੈ। ਲੇਕਿਨ ਉਸਨੂੰ ਇਹ ਖਿਆਲ ਨਹੀਂ ਕਿ ਜਦੋਂ ਇਹ ਮੂਲ ਨਾਲੋਂ ਕੱਟ ਹੋਇਆ, ਮੈਂ ਜਿੱਧਰ ਬੈਠਾ ਹਾਂ ਟਹਿਣਾ ਗਿਰੇਗਾ, ਚੋਟ ਲੱਗੇਗੀ। ਔਰ 2 ਪਲ ਬਾਅਦ ਡਿੱਗ ਪਿਆ। ਫਿਰ ਉਸ ਸਿਆਣੇ ਬਜ਼ੁਰਗ ਦੇ ਪਿੱਛੇ ਦੌੜਦਾ ਹੈ, ਤੂੰ ਕੋਈ ਜੋਤਸ਼ੀ ਹੈ? ਉਸਨੇ ਆਖਿਆ, ਜੋਤਸ਼ੀ ਨਹੀਂ, ਤੇਰੇ ਕਰਮ ਖਬਰ ਦਿੰਦੇ ਨੇ ਤੇਰੇ ਨਾਲ ਕੀ ਵਾਪਰਨ ਵਾਲਾ ਹੈ। ਔਰ ਖਿਆਲ ਰੱਖਣਾ, ਇਹ ਸ਼ੇਖ ਚਿੱਲੀ ਦੀ ਹੀ ਗੱਲ ਨਹੀਂ, ਇਹ ਸਾਡੇ ਸਾਰਿਆਂ ਤੇ ਲਾਗੂ ਹੁੰਦੀ ਏ। ਸਾਡੇ ਕਰਮ ਖਬਰ ਦਿੰਦੇ ਨੇ ਸਾਡਾ ਕੱਲ੍ਹ ਕਿਹੋ ਜਿਹਾ ਹੋਵੇਗਾ। ਅਗਰ ਕੁਕਰਮਾਂ ਦੀ ਦੁਨੀਆ ਵਿੱਚ ਲੱਗ ਗਏ ਹਾਂ ਤਾਂ ਆਉਣ ਵਾਲਾ ਫਿਊਚਰ ਚੰਗਾ ਹੋਣ ਦਾ ਕੋਈ ਸਵਾਲ ਹੀ ਨਹੀਂ। ਕਿੰਨੇ ਪਿਆਰੇ ਬਚਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਪਸ਼ਟ ਰੂਪ ਵਿੱਚ ਲਿਖੇ, ਜਿਸਨੂੰ ਆਪ ਖੁਆਏ ਕਰਤਾ ਖੁਸ ਲੈ ਚੰਗਿਆਈ। ਚੰਗਿਆਈ ਛੱਡ ਬੈਠੋ ਤਾਂ ਸਮਝੋ ਖੁਆਰੀ ਨੇੜੇ ਹੈ। ਚੰਗਿਆਈ ਕਮਾਉਣ ਲੱਗ ਪਾਓ ਤੇ ਸਮਝੋ ਖੁਆਰੀਆਂ ਤੋਂ ਛੁਟਕਾਰਾ ਮਿਲ ਰਿਹਾ ਹੈ, ਕੋਈ ਮੰਜ਼ਿਲ ਮਿਲ ਜਾਏਗੀ। ਆਪਣੇ ਹੀ ਕਰਮ ਸਾਨੂੰ ਆਪਣੇ ਹੀ ਫਿਊਚਰ ਦੀ ਖਬਰ ਦੇ ਦਿੰਦੇ ਨੇ। ਜਿਸ ਵੇਲੇ ਜਾਣ ਵੇਲੇ ਹੱਥ ਖਾਲੀ ਹੋਏ, ਫਿਰ ਚੂਰਨ ਦਾ ਫਾਇਦਾ ਵੀ ਕੀ ਹੋਵੇਗਾ। ਕਬੀਰ ਸਾਹਿਬ ਸੁਚੇਤ ਕਰਦੇ ਨੇ, ਆਪਣੇ ਹੱਥੀਂ ਆਪਣੇ ਪੈਰੀਂ ਕੁਹਾੜਾ ਮਾਰਨ ਵਾਲਾ ਸਿਆਣਾ ਨਹੀਂ ਆਖਿਆ ਜਾਂਦਾ, ਗਾਫਲ ਹੋਇਆ ਕਰਦਾ ਹੈ। ਤੇ ਉਹ ਮਨੁੱਖ ਅਤ ਗਾਫਲ ਹੈ ਜਿਹੜਾ ਦੁਨੀ ਦੀ ਖਾਤਰ ਦੀਨ ਗਵਾ ਦਿੰਦਾ ਹੈ। ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨ ਚਾਲੀ ਸਾਥ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। 14ਵਾਂ ਸ਼ਲੋਕ ਹੈ, ਕਬੀਰ ਜਹ ਜਹ ਹੋਂ ਫਿਰਿਓ, ਕੌਤਕ ਠਾਓ ਠਾਏ। ਇੱਕ ਰਾਮ ਸਨੇਹੀ ਬਾਹਰਾ, ਉਜਰ ਮੇਰੇ ਭਾਏ। ਕਹਿੰਦੇ ਨੇ ਇਹ ਕਿਸੇ ਇੱਕ ਦੇਸ਼, ਇੱਕ ਸੂਬੇ ਦੀ, ਇੱਕ ਨਗਰ ਦੀ ਗੱਲ ਨਹੀਂ। ਮੈਂ ਜਿੱਥੇ ਜਿੱਥੇ ਗਿਆ ਹਾਂ ਦੁਨੀਆ ਦੇ ਰੰਗ ਤਮਾਸ਼ੇ ਹੀ ਵੇਖੇ ਨੇ ਹਰ ਪਾਸੇ। ਲੋਕ ਦੁਨਿਆਵੀ ਰੰਗ ਤਮਾਸ਼ਿਆਂ ਵਿੱਚ ਗਲਤਾਨ ਹੋਏ ਪਏ ਨੇ, ਭਗਵਾਨ ਭੁੱਲ ਗਿਆ ਹੈ। ਕੌਤਕ ਠਾਉ ਠਾਏ, ਰੰਗ ਤਮਾਸ਼ੇ ਦੁਨੀਆ ਦੇ, ਇਹਨਾਂ ਨੂੰ ਭੋਗਣ ਵਿੱਚ ਹੀ ਸੰਸਾਰ ਭਟਕਿਆ ਪਿਆ ਹੈ ਤੇ ਸੋਚਦਾ ਇਹ ਹੈ ਕਿ ਖਬਰੇ ਇਹਨਾਂ ਵਿੱਚੋਂ ਸਾਨੂੰ ਸੁੱਖ ਮਿਲ ਜਾਏਗਾ। ਫਿਰ ਇਸ ਦੇ ਪਿੱਛੇ ਦੇਖਾ ਦੇਖੀ ਵਧੇਰੇ ਹੈ। ਘਰ ਦੇ ਗੁਜ਼ਾਰੇ ਲਈ, ਨਿਰਵਾਹ ਲਈ, ਬਸਤਰ ਲੈਣ ਲਈ
ਬਰਤਨ ਲੈਣ ਲਈ ਵੀ ਪੂਰੇ ਪੈਸੇ ਨਹੀਂ, ਲੇਕਿਨ ਸ਼ਾਦੀ ਕਰਨੀ ਹੈ ਧੂਮ ਧਾਮ ਨਾਲ, ਭਾਵੇਂ ਕਰਜ਼ਾ ਹੀ ਕਿਉਂ ਨਾ ਚੁੱਕਿਆ ਹੋਵੇ। ਦੇਖਣ ਵਾਲੇ ਪ੍ਰਭਾਵਿਤ ਹੁੰਦੇ ਨੇ, ਇਸ ਨੇ ਖਰਚਾ ਕੀਤਾ। ਦੂਜਾ ਭਾਵੇਂ ਹੋਰ ਕਰਜ਼ਾ ਚੁੱਕੇ, ਉਸ ਨੂੰ ਦੇਖ ਕੇ ਉਸ ਤੋਂ ਵੱਧ ਕਰਨਾ ਚਾਹੁੰਦਾ ਹੈ। ਕਦੀ ਕੋਈ ਸੋਚਦਾ ਹੀ ਨਹੀਂ ਕਿ ਜਿਨ੍ਹਾਂ ਪਾਰਟੀਆਂ 'ਤੇ ਅਸੀਂ ਲੱਖਾਂ ਰੁਪਏ ਜਾਂ ਲੱਖਾਂ ਪਾਉਂਡ ਖਰਚ ਦਿੰਦੇ ਹਾਂ, ਉਹਨਾਂ ਦਾ ਨਤੀਜਾ ਕੀ ਹੈ। ਅਯਾਸ਼ੀ ਕਰਨ ਨਾਲ ਜ਼ਿੰਦਗੀ ਕੋਈ ਸਵਰ ਨਹੀਂ ਜਾਂਦੀ। ਇਹ ਕੋਈ ਨੇਕੀ ਦਾ ਕਰਮ ਨਹੀਂ ਕਿ ਵੱਡੀ ਪਾਰਟੀ ਕੀਤੀ, ਕਿ ਹਰ ਪ੍ਰਕਾਰ ਦਾ ਨਸ਼ਾ ਸੀ ਉੱਥੇ, ਕਿ ਹੋਰ ਪਦਾਰਥ ਸਨ, ਕਿ ਤਰ੍ਹਾਂ ਤਰ੍ਹਾਂ ਦੇ ਨਾਚ ਗਾਣੇ ਸਨ। ਕੀ ਫਰਕ ਪੈਂਦਾ ਹੈ? ਤੇਰੀ ਅੰਦਰਲੀ ਹਾਲਤ ਤਾਂ ਇਹ ਹੈ, ਕਰਜ਼ਾਈ ਹੋ ਗਿਆ ਹੈ। ਧਾਰਮਿਕ ਖੇਤਰ ਵਿੱਚ ਵੀ ਦੁਨੀਆ ਇੰਜ ਕਰਦੀ ਹੈ। ਦੇਖ ਦਿਖਾਵਾ ਜਿਸ ਦਾ ਕੋਈ ਮੁੱਲ ਨਹੀਂ, ਔਰ ਦੇਖਾ ਦੇਖੀ ਦੀ ਜੋ ਦੁਨੀਆ ਹੈ ਉਹ ਇਨਸਾਨਾਂ ਦੀ ਦੁਨੀਆ ਹੀ ਨਹੀਂ। ਇਸ ਨੂੰ ਅਸੀਂ ਆਖਦੇ ਹਾਂ ਇਹ ਇੱਕ ਭੇਡ ਚਾਲ ਹੈ। ਇੱਕ ਨੇ ਪਾਰਟੀ ਵੱਡੀ ਕੀਤੀ ਹੈ, ਮੈਂ ਉਸ ਤੋਂ ਵੱਡੀ ਕਰਨੀ ਹੈ। ਇਹ ਸਾਰੀ ਭੇਡ ਚਾਲ ਹੈ ਇੱਕ ਦੂਜੇ ਦੇ ਪਿੱਛੇ, ਔਰ ਭੇਡ ਚਾਲ ਵਿੱਚ ਚੱਲਣ ਵਾਲਾ ਮਨੁੱਖ ਕਦੀ ਵੀ ਸਿਆਣਾ ਨਹੀਂ ਆਖਿਆ ਜਾ ਸਕਦਾ। ਉਹ ਅਕਲਮੰਦ ਨਹੀਂ ਹੋਇਆ ਕਰਦਾ। ਦੇਖਾ ਦੇਖੀ ਦੀ ਰੀਤ ਹੈ, ਤੇ ਕਿੱਥੇ ਕੀ ਰਿਜ਼ਲਟ ਨਿਕਲੇ ਇਸ ਦਾ ਵੀ ਉਸ ਨੂੰ ਕੋਈ ਗਿਆਨ ਨਹੀਂ ਹੁੰਦਾ। ਸਿਆਣਾ ਪੁਰਸ਼ ਤਾਂ ਇੱਕ ਇੱਕ ਕਦਮ ਸੋਚ ਕੇ ਉਠਾਉਂਦਾ ਹੈ, ਇੱਕ ਇੱਕ ਬਚਨ ਸੋਚ ਕੇ ਕਰਦਾ ਹੈ। ਉਹ ਕੇਵਲ ਠਾਠ ਬਾਠ ਦਾ ਦੀਵਾਨਾ ਨਹੀਂ ਹੁੰਦਾ। ਕਬੀਰ ਸਾਹਿਬ ਕਹਿੰਦੇ ਨੇ, ਪਰ ਮੈਂ ਦੁਨੀਆ ਦੀ ਜੋ ਹਾਲਤ ਦੇਖੀ ਉਹ ਹੈਰਾਨੀਜਨਕ ਸੀ ਕਿ ਰੰਗ ਤਮਾਸ਼ਿਆਂ ਵਿੱਚ ਲੱਗੇ ਹੋਏ, ਕੋਈ ਤਾਸ਼ ਹੀ ਖੇਡ ਰਿਹਾ, ਸਾਰਾ ਦਿਨ ਸਮਾਂ ਨਹੀਂ ਕੱਟਦਾ। ਉਸ ਨੂੰ ਆਖੋ ਸੁਖਮਨੀ ਸਾਹਿਬ ਦਾ ਪਾਠ ਕਰ ਲੈ, ਬੈਠ ਕੇ ਕੋਈ ਚੰਗੀ ਪੁਸਤਕ ਪੜ੍ਹ, ਕੋਈ ਗਿਆਨ ਦੀ ਗੱਲ ਸਿੱਖ, ਉਸ ਵੇਲੇ ਆਖੇਗਾ ਜੀ ਵਕਤ ਕਿੱਥੇ ਹੈ। ਤੇ ਸਾਰਾ ਦਿਨ ਤਾਸ਼ ਖੇਡਦਿਆਂ ਬੀਤ ਜਾਏ, ਕੋਈ ਫਰਕ ਹੀ ਨਹੀਂ। ਬਲਕਿ ਹੋਰ ਹੈਰਾਨੀ ਦੀ ਗੱਲ ਹੈ, ਜਾ ਬੈਠਦੇ ਨੇ ਧਰਮ ਸਥਾਨ ਤੇ ਕਰਦੇ ਨੇ ਚੁਗਲੀਆਂ। ਇਹ ਕੈਸਾ ਇਨਸਾਨ ਹੈ? ਉਸ ਵਿੱਚ ਰਸ ਦੇਖਾ ਦੇਖੀ ਲੈ ਰਿਹਾ ਹੈ। ਕਬੀਰ ਸਾਹਿਬ ਕਹਿੰਦੇ ਨੇ, ਮੈਂ ਤਾਂ ਹੈਰਾਨ ਹੋ ਗਿਆ ਹਾਂ ਕਿ ਦੁਨੀਆ ਝੂਠੇ ਰੰਗ ਤਮਾਸ਼ਿਆਂ ਵਿੱਚ ਹੀ ਗਲਤਾਨ ਹੈ। ਜਿਸ ਪਾਸੇ ਗਿਆ ਵਧੇਰੇ ਗਿਣਤੀ ਇਸੇ ਤਰ੍ਹਾਂ ਦੇ ਲੋਕਾਂ ਦੀ ਮਿਲੀ ਹੈ। ਝੂਠਾ ਠਾਠ ਬਾਠ, ਝੂਠੀ ਗੱਲਬਾਤ, ਦਿਖਾਵੇ ਦੀ ਫੋਕੀ ਸ਼ੋਹਰਤ। ਇਸ ਦਾ ਅਰਥ ਕੀ ਹੈ? ਸੁੱਖ ਇਹਨਾਂ ਰੰਗ ਤਮਾਸ਼ਿਆਂ ਵਿੱਚੋਂ ਨਾ ਕਦੀ ਕਿਸੇ ਨੂੰ ਮਿਲਿਆ ਹੈ, ਨਾ ਤੁਹਾਨੂੰ ਮਿਲੇਗਾ, ਨਾ ਮਿਲ ਸਕਦਾ ਹੈ। ਸਤਿਗੁਰੂ ਜੀ ਦਾ ਫੈਸਲਾ ਹੈ, ਸੁੱਖ ਨਾਹੀਂ ਬਹੁਤੈ ਤਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ। ਤੇ ਫਿਰ ਸੁੱਖ ਹੈ ਕਿੱਥੇ? ਸਰਬ ਸੁੱਖਾ ਹਰ ਹਰ ਗੁਣ ਗਾਏ। ਮਾਲਕ ਸੁੱਖਾਂ ਦਾ ਦਾਤਾ ਹੈ, ਉਸ ਦੀ ਚਰਨ ਸਰਨ ਵਿੱਚ ਜੁੜ ਜਾਏ। ਇਹਨਾਂ ਰੰਗ ਤਮਾਸ਼ਿਆਂ ਤੋਂ ਉੱਚਾ ਉੱਠੇ ਤੈਨੂੰ ਸੁੱਖ ਮਿਲ ਜਾਏ। ਪਰ ਅਸੀਂ ਸੁੱਖ ਗਲਤ ਥਾਂ ਤੋਂ ਖੋਜ ਰਹੇ ਹਾਂ, ਰੰਗ ਤਮਾਸ਼ਿਆਂ ਵਿੱਚੋਂ। ਔਰ ਕਬੀਰ ਸਾਹਿਬ ਕਹਿੰਦੇ ਨੇ, ਇਹ ਇੱਕ ਥਾਂ ਦੀ ਗੱਲ ਨਹੀਂ, ਦੁਨੀਆ 'ਚ ਜਿੱਧਰ ਗਿਆ ਹਾਂ ਸੰਸਾਰ ਦੀ ਆਮ ਹਾਲਤ ਇਹੀ ਡਿੱਠੀ। ਕਬੀਰ ਜਹ ਜਹ ਹੋਂ ਫਿਰਿਓ, ਕੌਤਕ ਠਾਓ ਠਾਏ, ਇੱਕ ਰਾਮ ਸਨੇਹੀ ਬਾਹਰਾ, ਉਜਰ ਮੇਰੇ ਪਾਏ। ਇੱਕ ਪ੍ਰਭੂ ਨਾਲ ਸਨੇਹ ਪਿਆਰ ਕਰਨ ਵਾਲਾ ਜੋ ਹੈ, ਉਸ ਤੋਂ ਬਗੈਰ ਮੇਰੇ ਲਈ ਤਾਂ ਉਹ ਥਾਂ ਉਜਾੜ ਹੈ ਜਿੱਥੇ ਕੋਈ ਪ੍ਰਭੂ ਦਾ ਪਿਆਰਾ ਨਹੀਂ। ਭਾਵੇਂ ਉਹ ਘੁੱਗ ਵਸਦੀ ਨਗਰੀ ਤੇ ਰਾਜਧਾਨੀ ਕਿਉਂ ਨਾ ਹੋਵੇ। ਮੈਨੂੰ ਕਰੋੜਾਂ ਦੀ ਆਬਾਦੀ ਵੀ ਕਬਰਾਂ ਦੀ ਨਿਆਈ ਜਾਪਦੀ ਹੈ ਜਿੱਥੇ ਪ੍ਰਭੂ ਪਿਆਰ ਵਾਲਾ ਕੋਈ ਵਿਅਕਤੀ ਨਹੀਂ। ਔਰ ਸਭੀ ਸਿਆਣੇ ਏਕ ਮਤ, ਜਿਵੇਂ ਕਬੀਰ ਜੀ ਨੇ ਆਖਿਆ ਹੈ,
ਇਸੇ ਤਰ੍ਹਾਂ ਸਤਿਗੁਰੂ ਜੀ ਨੇ ਵੀ ਫਰਮਾਇਆ ਹੈ, ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਬਾਰੇ। ਜਿੱਥੇ ਪ੍ਰਭੂ ਦਾ ਨਾਮ ਜਪਿਆ ਜਾਂਦਾ ਹੈ, ਉਹ ਝੌਂਪੜੀ ਵੀ ਚੁਬਾਰਿਆਂ ਨਾਲੋਂ ਚੰਗੀ ਹੈ। ਮੇਰੇ ਲਈ ਉਹੀ ਚੁਬਾਰੇ ਨੇ। ਜਿੱਥੈ ਨਾਮ ਨਾ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਜਿੱਥੇ ਪ੍ਰਭੂ ਦੀ ਬੰਦਗੀ ਨਹੀਂ, ਉਹ ਨਗਰ ਨਹੀਂ, ਉਜਾੜ ਹੈ। ਉਹਨਾਂ ਮਹੱਲਾਂ ਨੂੰ ਵੀ ਕਬੀਰ ਜੀ ਨੇ ਕਬਰਾਂ ਨਾਲ ਤੁਲਨਾ ਦਿੱਤੀ ਹੈ, ਜਿੱਥੇ ਧਰਮ ਨਹੀਂ। ਕਬੀਰ ਜਾ ਕਰ ਸਾਧ ਨ ਸੇਵੀਐ, ਹਰ ਕੀ ਸੇਵਾ ਨਾ ਹੈ, ਤੇ ਘਰ ਮਰਹਟ ਸਾਰਖੇ, ਭੂਤ ਬਸਹਿ ਤਿਨ ਮਾਹੇ। ਉੱਥੇ ਵਸਣ ਵਾਲਿਆਂ ਨੂੰ ਭਗਤ ਕਬੀਰ ਜੀ ਨੇ ਭੂਤ ਆਖਿਆ ਹੈ, ਗੁਜ਼ਰ ਗਏ। ਇੱਕ ਰਾਮ ਸਨੇਹੀ ਬਾਹਰਾ, ਉਜਰ ਮੇਰਾ ਭਾਏ। ਇੱਕ ਪ੍ਰਭੂ ਦੇ ਪਿਆਰੇ ਤੋਂ ਬਗੈਰ ਜੋ ਅਸਥਾਨ ਹੈ, ਭਾਵੇਂ ਕਿੱਡੀ ਵੱਡੀ ਨਗਰੀ ਕਿਉਂ ਨਾ ਹੋਵੇ, ਮੇਰੇ ਵਾਸਤੇ ਤਾਂ ਉਹ ਉਜਾੜ ਦੀ ਨਿਆਈ ਹੈ। ਕੌਤਕ ਕੋਟ ਤਮਾਸ਼ਿਆ, ਚਿੱਤ ਨਾ ਆਵਸ ਨਾਉ। ਨਾਨਕ ਕੋੜੀ ਨਰਕ ਬਰਾਬਰੇ, ਉਜੜ ਸੋਈ ਥਾਉ। ਪਹਿਲੇ ਸਮਿਆਂ ਵਿੱਚ ਕੋੜੀਆਂ ਵਿੱਚ ਗਿਣਤੀ ਕੀਤੀ ਜਾਂਦੀ ਸੀ। ਮੇਰੇ ਲਈ ਕੋੜੀ ਨਰਕਾਂ ਦੇ ਬਰਾਬਰ ਹੈ ਉਹ ਜਗ੍ਹਾ, ਜਿੱਥੇ ਕੋਈ ਲੱਖ ਰੰਗ ਤਮਾਸ਼ੇ ਦੇਖ ਰਿਹਾ ਹੋਵੇ, ਭੋਗ ਰਿਹਾ ਹੋਵੇ, ਪਰ ਮਾਲਕ ਦਾ ਚੇਤਾ ਭੁਲਾ ਚੁੱਕਾ ਹੋਵੇ। ਇੱਕ ਹੋਰ ਬਚਨ ਆਇਆ ਹੈ ਗੁਰਬਾਣੀ ਅੰਦਰ, ਸੁੰਦਰ ਸੇਜ ਅਨੇਕ ਸੁਖ, ਰਸ ਭੋਗਣ ਪੂਰੇ। ਗ੍ਰਹਿ ਸੋਇਨ, ਸੋਨੇ ਦਾ ਘਰ, ਗ੍ਰਹਿ ਸੋਇਨ ਚੰਦਨ ਸੁਗੰਧ, ਲਾਏ ਮੋਤੀ ਹੀਰੇ। ਮਨ ਇੱਛੇ ਸੁਖ ਮਾਣਦਾ, ਕਿਛ ਨਾਹੇ ਵਿਸੂਰੇ। ਹਰ ਪ੍ਰਕਾਰ ਦੇ ਪਦਾਰਥ ਕੋਲ ਨੇ, ਪਰ ਅੱਗੇ ਕਹਿੰਦੇ ਨੇ, ਸੋ ਪ੍ਰਭ ਚਿੱਤ ਨਾ ਆਵਈ, ਵਿਸ਼ਟਾ ਕੇ ਕੀਰੇ। ਬਿਨ ਹਰਿ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਜੇ ਪ੍ਰਭੂ ਚੇਤੇ ਨਹੀਂ ਆਇਆ ਤਾਂ ਇਹ ਗੰਦਗੀ ਦੇ ਕੀੜਿਆਂ ਦੀ ਨਿਆਈ ਨੇ ਲੋਕ। ਹਰੀ ਨਾਮ ਬਿਨ ਇਹਨਾਂ ਨੂੰ ਸ਼ਾਂਤੀ ਨਹੀਂ ਮਿਲੇਗੀ ਔਰ ਚਿੱਤ ਨੂੰ ਟਿਕਾਓ ਨਹੀਂ ਮਿਲੇਗਾ। ਕਬੀਰ ਸਾਹਿਬ ਕਹਿੰਦੇ ਨੇ, ਪ੍ਰਭੂ ਦੇ ਪਿਆਰਿਆਂ ਤੋਂ ਬਗੈਰ ਜਿਹੜੀ ਥਾਂ ਹੈ, ਭਾਵੇਂ ਲੱਖ ਰੰਗ ਤਮਾਸ਼ੇ ਉੱਥੇ ਇਨਸਾਨ ਭੋਗ ਰਹੇ ਹੋਵਣ, ਪਰ ਪ੍ਰਭੂ ਤੋਂ ਟੁੱਟੇ ਹੋਏ ਹੋਣ ਤਾਂ ਮੈਨੂੰ ਥਾਂ ਇੰਜ ਜਾਪਦਾ ਹੈ ਜਿਵੇਂ ਕੋਈ ਉਜਾੜ ਹੋਵੇ। ਪ੍ਰਭੂ ਦਾ ਸੰਤ ਉਜਾੜ ਵਿੱਚ ਵੀ ਜਾ ਬੈਠੇ ਤਾਂ ਜੰਗਲ ਵਿੱਚ ਮੰਗਲ ਲਗਾ ਦਿੰਦਾ ਹੈ, ਪਰ ਪ੍ਰਭੂ ਤੋਂ ਟੁੱਟਾ ਇਨਸਾਨ ਮੰਗਲ ਵਾਲੇ ਅਸਥਾਨ ਤੇ ਵੀ ਬੈਠ ਜਾਏ ਤਾਂ ਇੱਕ ਪ੍ਰਕਾਰ ਦਾ ਜੰਗਲ ਬਣਾ ਗੁਜ਼ਰਦਾ ਹੈ। ਅਗਲੇ ਸ਼ਲੋਕ ਅੰਦਰ ਕਬੀਰ ਸਾਹਿਬ ਫਰਮਾਉਂਦੇ ਹਨ, ਕਬੀਰ ਸੰਤਨ ਕੀ ਝੁੰਗੀਆ ਭਲੀ, ਭੱਠ ਕੁਸੱਤੀ ਗਾਉ। ਆਗ ਲਗੋ ਤੇ ਧੌਲ ਹਰ, ਜਿਹ ਨਾਹੀ ਹਰ ਕੋ ਨਾਉ। ਇੱਕ ਪਾਸੇ ਇੱਕ ਬੰਦਗੀਵਾਨ ਪੁਰਸ਼, ਜਿਸ ਦੇ ਪਾਸ ਕਰੋੜਾਂ ਅਰਬਾਂ ਖਰਬਾਂ ਦੀ ਦੁਨਿਆਵੀ ਦੌਲਤ ਤਾਂ ਨਹੀਂ, ਬਹੁਤ ਵੱਡੀਆਂ ਮਹਿਲ ਮਾੜੀਆਂ ਨਹੀਂ, ਲੇਕਿਨ ਗੁਜ਼ਰਾਨ ਲਈ ਉਸਨੇ ਕੁੱਲੀ ਪਾਈ ਹੋਈ ਹੈ, ਝੌਂਪੜੀ ਹੈ। ਗੁਜ਼ਰਾਨ ਉਸ ਦੀ ਚੱਲ ਰਹੀ ਹੈ। ਘਰ ਦਾ ਮਤਲਬ ਹੈ ਗਰਮੀ ਸਰਦੀ ਤੋਂ ਬਚਾਓ ਕਰਨ ਲਈ ਟਿਕਾਣਾ ਹੋਵੇ, ਮਨੁੱਖ ਆਰਾਮ ਕਰ ਸਕੇ, ਵਿਸਰਾਮ ਕਰ ਸਕੇ। ਸਰੀਰ ਨੂੰ ਜੋ ਜ਼ਰੂਰਤਾਂ ਨੇ ਉਹ ਪੂਰੀਆਂ ਹੁੰਦੀਆਂ ਰਹਿਣ। ਸੰਤ ਇੱਕ ਝੁੱਗੀ ਵਿੱਚ ਬੈਠਾ ਹੋਇਆ ਹੋਵੇ, ਸਧਾਰਨ ਕੁੱਲੀ ਵਿੱਚ ਵੀ, ਤਾਂ ਕਬੀਰ ਜੀ ਕਹਿੰਦੇ ਨੇ ਉਹ ਚੰਗੀ ਹੈ। ਨਾ ਉੱਥੇ ਪਾਪ ਦੀ ਕਮਾਈ ਹੈ, ਨਾ ਉੱਥੇ ਦੁਰਾਚਾਰ ਹੈ, ਨਾ ਬੁਰਾ ਵਿਚਾਰ ਹੈ। ਉੱਥੇ ਬੰਦਗੀ ਦੇ ਪ੍ਰਵਾਹ ਚੱਲਦੇ ਹਨ। ਪਰ ਇੱਕ ਦੂਜਾ ਪਾਸਾ ਹੈ, ਕੁਸੱਤੀ ਲੋਕ, ਬੇਈਮਾਨ, ਖੋਟੇ ਲੋਕਾਂ ਦਾ। ਗਾਉਂ ਦਾ ਅਰਥ ਹੁੰਦਾ ਪਿੰਡ, ਜਿੱਥੇ ਇੱਕ ਪਰਿਵਾਰ ਨਹੀਂ
ਅਨੇਕਾਂ ਪਰਿਵਾਰ ਵਸ ਰਹੇ ਨੇ, ਪਰ ਹੈਨ ਖੋਟੀ ਮੱਤ ਵਾਲੇ, ਕੁਕਰਮੀ ਲੋਕ, ਧਰਮ ਤੋਂ ਉਲਟ ਚੱਲਣ ਵਾਲੇ, ਗੁਨਾਹਾਂ ਦੀ ਦੁਨੀਆ ਵਿੱਚ ਰਹਿਣ ਵਾਲੇ। ਇਹ ਘੁੱਗ ਵਸਦੀ ਨਗਰੀ, ਇਸ ਨੂੰ ਕਬੀਰ ਸਾਹਿਬ ਕਹਿੰਦੇ ਨੇ, ਇੱਥੇ ਤਾਂ ਹਰ ਵੇਲੇ ਭੱਠ ਤਪ ਰਹੇ ਨੇ। ਤ੍ਰਿਸ਼ਨਾ ਦੇ ਭੱਠ, ਹਿੰਸਾ ਦੇ ਭੱਠ, ਲੋਭ ਦੀ ਅੱਗ, ਵਿਕਾਰਾਂ ਦੀ ਅਗਨੀ ਦੇ ਭਾਂਬੜ ਬਲ ਰਹੇ ਨੇ ਇੱਥੇ। ਇਹ ਗਾਉਂ ਨਹੀਂ, ਇਹ ਬਲਦਾ ਹੋਇਆ ਭੱਠ ਹੈ, ਇਹ ਨਗਰ ਨਹੀਂ। ਇੱਕ ਪਾਸੇ ਸੰਤ ਬੈਠਾ ਹੈ। ਕਬੀਰ ਜੀ ਦਾ ਹੀ ਇੱਕ ਬਚਨ ਹੈ ਕਬੀਰ ਬੀਜ ਗ੍ਰੰਥ ਵਿੱਚ, ਨਾਮ ਜਪਤ ਦਰਿਦਰੀ ਭਲਾ, ਭਾਵੇਂ ਗਰੀਬ ਹੋਵੇ ਪਰ ਹੋਵੇ ਬੰਦਗੀਵਾਨ ਉਹ ਚੰਗਾ ਹੈ। ਨਾਮ ਜਪਤ ਦਰਿਦਰੀ ਭਲਾ, ਟੂਟੀ ਘਰ ਕੀ ਛਾਨ, ਕੰਚਨ ਮੰਦਰ ਜਾਰ ਦੇ, ਜਹ ਗੁਰ ਭਗਤੀ ਨਾ ਜਾਣ। ਸੋਨੇ ਦੇ ਮੰਦਰ ਵੀ ਜਲਾ ਕੇ ਰਾਖ ਕਰ ਦੇ ਜਿੱਥੇ ਗੁਰੂ ਦੀ ਭਗਤੀ ਨਹੀਂ। ਤੇ ਗਰੀਬ ਕੋਈ ਨਾਮ ਜਪਦਾ ਹੈ ਟੁੱਟੀ ਛੰਨ ਵਿੱਚ ਬੈਠਾ ਹੋਇਆ ਵੀ, ਤੇ ਉਹ ਭਲਾ ਹੈ। ਸਤਿਗੁਰੂ ਜੀ ਨੇ ਬਿਲਕੁਲ ਇਸੇ ਸਿਧਾਂਤ ਨੂੰ ਪ੍ਰੋੜਤਾ ਕਰਦਿਆਂ ਫਰਮਾਇਆ ਹੈ। ਕਹਿਣ ਲੱਗੇ, ਬਸਤਾ ਟੂਟੀ ਝੁੰਪੜੀ, ਟੁੱਟੀ ਹੋਈ ਝੌਂਪੜੀ ਵਿੱਚ। ਬਸਤਾ ਟੂਟੀ ਝੁੰਪੜੀ, ਚੀਰ ਸਭ ਛਿੰਨਾ। ਬਸਤਰ ਵੀ ਭਾਵੇਂ ਬਹੁਤ ਵਧੀਆ ਨਾ ਹੋਣ, ਪਾਟੇ ਹੋਣ। ਜ਼ਾਤ ਨਾ ਪਤ ਨਾ ਆਦਰੋ, ਉਦਿਆਨ ਪਰਮਿੰਨਾ। ਮਿੱਤਰ ਨਾ ਇਠ, ਧਨ ਰੂਪਹੀਣ, ਕਿਛ ਸਾਕ ਨਾ ਸਿੰਨਾ। ਰਾਜਾ ਸਗਲੀ ਸ੍ਰਿਸ਼ਟ ਕਾ, ਹਰਿ ਨਾਮ ਮਨ ਭਿੰਨਾ। ਮੈਂ ਆਖਾਂਗਾ, ਸਤਿਗੁਰੂ ਕਹਿੰਦੇ ਨੇ, ਉਹ ਸਮਰਾਟ ਹੈ, ਕਿਉਂਕਿ ਉਸ ਦਾ ਚਿੱਤ ਸਮਰਾਟਾਂ ਦੇ ਸਮਰਾਟ ਪ੍ਰਮਾਤਮਾ ਵਿੱਚ ਭਿੱਜ ਗਿਆ ਹੈ। ਤੇ ਇੰਨਾ ਕਾਮਲ ਪੁਰਸ਼ ਹੈ, ਝੌਂਪੜੀ ਵਿੱਚ ਬੇਸ਼ੱਕ ਰਹਿੰਦਾ ਹੈ, ਪਰ ਇਸ ਦੀ ਚਰਨਾਂ ਦੀ ਧੂੜ ਦੀ ਵੀ ਇੱਕ ਤਾਸੀਰ ਹੈ ਕਿ ਤਿਸ ਕੀ ਧੂੜ ਮਨ ਉਦਰੈ, ਪ੍ਰਭ ਹੋਏ ਸੋ ਪ੍ਰਸੰਨ। ਪ੍ਰਭੂ ਦੀਆਂ ਖੁਸ਼ੀਆਂ ਮਿਲ ਜਾਵਣ, ਇਸ ਦੀ ਚਰਨ ਧੂੜ ਵੀ ਮਸਤਕ ਤੇ ਲੱਗ ਜਾਏ। ਕਬੀਰ ਸੰਤਨ ਕੀ ਚੁੰਗੀਆ ਭਲੀ। ਇੱਕ ਹੋਰ ਬਚਨ ਅੰਦਰ ਹਜ਼ੂਰ ਫਰਮਾਉਂਦੇ ਨੇ, ਸੰਤਨ ਕਾ ਦਾਨਾ ਰੂਖਾ, ਸੋ ਸਰਬ ਨਿਧਾਨ। ਸਧਾਰਨ ਭੋਜਨ, ਰੁੱਖੇ ਦਾਣਿਆਂ ਦੀ ਰੋਟੀ, ਉਹ ਸਮਝ ਲਓ ਸਾਰੇ ਖਜ਼ਾਨੇ ਨੇ ਉਸ ਵਿੱਚ, ਜੇ ਉਹ ਬੰਦਗੀਵਾਨ ਪੁਰਸ਼ ਨੇ ਨੇਕ ਕਿਰਤ ਕਰਕੇ ਬਣਾਈ ਹੈ। ਭਾਈ ਲਾਲੋ ਦੇ ਸਧਾਰਨ ਪ੍ਰਸ਼ਾਦਿਆਂ ਵਿੱਚ ਵੀ ਦੁੱਧ ਹੀ ਹੈ, ਨਿਚੋੜਨ ਦੀ ਜ਼ਰੂਰਤ ਨਹੀਂ। ਵਿਚਾਰ ਨਾਲ ਵੀ ਨਿਚੋੜ ਕੇ ਦੇਖੋਗੇ ਤਾਂ ਨੇਕ ਕਮਾਈ ਦੇ ਪ੍ਰਸ਼ਾਦੇ ਵਿੱਚ ਦੁੱਧ ਦਿਖਾਈ ਦੇਵੇਗਾ। ਤੇ ਜੋ ਕਿਰਤ ਲੋਕਾਂ ਦਾ ਖੂਨ ਚੂਸ ਕੇ ਕੀਤੀ ਗਈ ਹੈ, ਦੌਲਤ ਇਕੱਠੀ ਕੀਤੀ ਗਈ ਹੈ, ਉਸ ਤੋਂ ਬਣਾਇਆ ਹੋਇਆ ਭੋਜਨ ਭਾਵੇਂ ਬ੍ਰਹਮ ਭੋਜ ਦੇ ਨਾਮ ਹੇਠ ਲੰਗਰ ਲਾ ਕੇ ਕਿਉਂ ਨਾ ਚਲਾਇਆ ਜਾਵੇ, ਉਹ ਖੂਨ ਹੀ ਹੈ, ਦੁੱਧ ਨਹੀਂ। ਸਤਿਗੁਰੂ ਕਹਿੰਦੇ ਨੇ, ਸੰਤਨ ਕਾ ਦਾਨਾ ਰੂਖਾ, ਸੋ ਸਰਬ ਨਿਧਾਨ। ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ। ਰੱਬ ਤੋਂ ਟੁੱਟੇ ਬੰਦੇ ਦੇ ਘਰ 36 ਪ੍ਰਕਾਰ ਦੇ ਖਾਣੇ ਬਣੇ ਹੋਏ ਹੋਣ, ਉਹ ਜ਼ਹਿਰ ਨੇ। ਭਗਤ ਜਨਾਂ ਕਾ ਲੂਗਰਾ, ਓਡ ਨਗਨ ਨਾ ਹੋਈ। ਭਾਵੇਂ ਫਟੀ ਹੋਈ ਚਾਦਰ ਕਿਉਂ ਨਾ ਹੋਵੇ, ਭਗਤ ਫਿਰ ਵੀ ਨਗਨ ਨਹੀਂ। ਸਰਮਦ ਨੇ ਕੋਈ ਬਸਤਰ ਨਹੀਂ ਪਹਿਨਿਆ, ਪਰ ਉਹ ਨਗਨ ਨਹੀਂ। ਔਰੰਗਜ਼ੇਬ ਨੇ ਸਭ ਪਹਿਨੇ ਨੇ, ਪਰ ਉਹ ਨੰਗਿਆਂ ਤੋਂ ਨੰਗਾ ਹੈ। ਭਗਤ ਜਨਾਂ ਕਾ ਲੂਗਰਾ, ਓਡ ਨਗਨ ਨਾ ਹੋਈ। ਸਾਕਤ ਸਿਰ ਪਾਓ ਰੇਸ਼ਮੀ, ਪਹਿਰਤ ਪਤ ਖੋਈ। ਸਾਕਤ ਭਾਵੇਂ ਰੇਸ਼ਮੀ ਬਸਤਰ ਕਿਉਂ ਨਾ ਪਹਿਨੇ, ਤਾਂ ਵੀ ਉਸ ਦੀ ਪੱਤ ਕੋਈ ਨਹੀਂ। ਦਰਗਾਹ ਅੰਦਰ ਧੱਕੇ ਹੀ ਪੈਣੇ ਹਨ। ਸਾਕਤ ਸਿਉ ਮੁਖ ਜੋਰਿਐ, ਅੱਧ ਵਿੱਚੋਂ ਟੂਟੈ। ਹਰ ਜਨ ਕੀ ਸੇਵਾ ਜੋ ਕਰੇ, ਇਤ ਉਤੈ ਛੂਟੈ। ਸਾਕਤ ਦਾ ਸੰਗ ਕਿੰਨੀ ਕੁ ਦੇਰ ਕੋਈ ਕਰ ਲਏਗਾ। ਭੱਠ ਕੁਸੱਤੀ ਗਾਉਂ, ਬੇਈਮਾਨ ਖੋਟੇ ਇਨਸਾਨਾਂ ਦਾ ਨਗਰ ਵੀ ਇੱਕ ਤਪਦਾ ਹੋਇਆ ਭੱਠ ਹੈ।
ਤੇ ਸਧਾਰਨ ਝੌਂਪੜੀ ਵਿੱਚ ਬੈਠਾ ਹੋਇਆ ਸੰਤ ਹੈ, ਜਿੱਥੇ ਉਹ ਝੌਂਪੜੀ ਵੀ ਭਾਗਾਂ ਵਾਲੀ ਹੈ, ਭਲੀ ਹੈ। ਕਬੀਰ ਸੰਤਨ ਕੀ ਚੁੰਗੀਆ ਭਲੀ, ਪਠ ਕੁਸਤੀ ਗਾਉ, ਆਗ ਲੱਗੋ ਤੇ ਧੌਲ ਹਰ, ਜਿਹ ਨਾਹੀ ਹਰ ਕੋ ਨਾਉ। ਉਹਨਾਂ ਮਹਿਲ ਮਾੜੀਆਂ ਨੂੰ ਅੱਗ ਲੱਗੇ, ਕਬੀਰ ਸਾਹਿਬ ਕਹਿੰਦੇ ਨੇ ਕੀ ਕਰਨੀਆਂ ਨੇ, ਇਹ ਤਾਂ ਭਾਵੇਂ ਜਲ ਕੇ ਰਾਖ ਹੋ ਜਾਣ। ਜਿੱਥੇ ਹਰੀ ਦਾ ਨਾਮ ਨਹੀਂ, ਉਹਨਾਂ ਧੌਲਰਾਂ ਨੂੰ, ਉਹਨਾਂ ਮਹਿਲ ਮਾੜੀਆਂ ਨੂੰ ਵੀ ਕੀ ਕਰਨਾ ਹੈ। 16ਵੇਂ ਸ਼ਲੋਕ ਅੰਦਰ ਫਰਮਾਨ ਹੈ, ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵਹੁ ਸਾਕਤ ਬਾਪਰੇ, ਜੋ ਹਾਟੈ ਹਾਟ ਬਿਕਾਏ। ਸੰਸਾਰ ਤੋਂ ਸਰੀਰ ਕਰਕੇ ਤਾਂ ਹਰ ਜੀਵ ਨੇ ਜਾਣਾ ਹੀ ਹੈ, ਚੋਰ ਨੇ ਵੀ, ਸੰਤ ਨੇ ਵੀ, ਗਰੀਬ ਨੇ ਵੀ, ਅਮੀਰ ਨੇ ਵੀ, ਪਰਜਾ ਦੇ ਲੋਕਾਂ ਨੇ ਵੀ, ਸਮਰਾਟ ਨੇ ਵੀ। ਸਰੀਰ ਸਦਾ ਥਿਰ ਰਹਿਣ ਵਾਲਾ ਨਹੀਂ, 5 ਤੱਤਾਂ ਦਾ ਪੁਤਲਾ ਹੈ। ਆਖਰ ਇਹ 5 ਤੱਤ ਆਪਣੇ ਆਪਣੇ ਮੂਲ ਵਿੱਚ ਮਿਲ ਜਾਣਗੇ। ਇਹ ਜੀਵਨ ਦੀ ਲੀਲਾ ਸਰੀਰਕ ਤੌਰ ਤੇ ਸਮਾਪਤ ਹੋਏਗੀ ਹੀ। ਇਸ ਨੂੰ ਦੁਨੀਆ ਦੀ ਕੋਈ ਤਾਕਤ ਨਾ ਕਦੀ ਰੋਕ ਸਕੀ ਹੈ, ਨਾ ਰੋਕ ਸਕੇਗੀ। ਸਰੀਰ ਤਾਂ ਬਿਨਸੇਗਾ। ਜਾਣਾ ਸੰਤ ਨੇ ਵੀ ਹੈ, ਪਰ ਕਬੀਰ ਸਾਹਿਬ ਕਹਿੰਦੇ ਨੇ ਇਸ ਦੇ ਜਾਣ ਤੇ ਰੋਣ ਦੀ ਕੋਈ ਜ਼ਰੂਰਤ ਨਹੀਂ। ਕਾਰਨ, ਜੋ ਆਪਣੇ ਗ੍ਰਹਿ ਜਾਏ। ਉਸ ਨੇ ਪਹਿਲੇ ਹੀ ਇਹ ਗੱਲ ਸਮਝ ਲਈ ਸੀ ਕਿ ਸੰਸਾਰ ਇੱਕ ਸਰਾਂ ਹੈ ਤੇ ਸਰਾਂ ਦਾ ਮਾਲਕ ਮੈਂ ਨਹੀਂ। ਇੱਕ ਮਿਥੀ ਹੋਈ ਮਿਆਦ ਵਾਸਤੇ ਇੱਥੇ ਠਹਿਰਨ ਦਾ ਮੌਕਾ ਮੈਨੂੰ ਮਿਲਿਆ ਹੈ ਤੇ ਉਸ ਮੌਕੇ ਤੋਂ ਬਾਅਦ ਜਾਣਾ ਹੋਵੇਗਾ। ਇਸ ਲਈ ਸੰਤ ਮੌਤ ਤੋਂ ਕਦੀ ਘਬਰਾਉਂਦਾ ਨਹੀਂ। ਉਸ ਨੂੰ ਪਤਾ ਹੈ ਇਹ ਅਟੱਲ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕਹੇ। ਕਹਿਣ ਲੱਗੇ, ਲੋਕ ਘਬਰਾਉਂਦੇ ਨੇ ਮੌਤ ਤੋਂ, ਤੇ ਇਹ ਡਰ ਹਰ ਬੰਦੇ ਅੰਦਰ ਦਿਖਾਈ ਦਿੰਦਾ ਹੈ। ਪਰ ਮੈਂ ਸਮਝਾਉਣਾ ਚਾਹੁੰਦਾ ਹਾਂ, ਚਿੰਤਾ ਤਾ ਕੀ ਕੀਜੀਐ, ਜੋ ਅਨਹੋਣੀ ਹੋਏ। ਜੋ ਨਾ ਹੋਣ ਵਾਲੀ ਘਟਨਾ ਵਰਤੇ, ਉਸ ਦੀ ਤਾਂ ਚਿੰਤਾ ਕਰੋ, ਗੱਲ ਸਮਝ ਵਿੱਚ ਆਉਂਦੀ ਹੈ। ਲੇਕਿਨ ਮੌਤ ਦਾ ਇੱਕ ਨਾਮ ਸਿਆਣੇ ਲੋਕਾਂ ਨੇ ਹੋਣੀ ਰੱਖਿਆ, ਹੋਣੀ। ਉਸ ਦਾ ਮਤਲਬ ਇਹ ਹੈ ਕਿ ਹਰ ਹਾਲਤ ਵਿੱਚ ਹੋ ਕੇ ਰਹੇਗੀ। ਇਸ ਨੂੰ ਟਾਲਿਆ ਨਹੀਂ ਜਾ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਜਦੋਂ ਟਾਲਿਆ ਨਹੀਂ ਜਾ ਸਕਦਾ ਤਾਂ ਚਿੰਤਾ ਕਿਸ ਗੱਲ ਦੀ। ਸਾਵਧਾਨ ਹੋਵੋ, ਜਿਤਨਾ ਸਮਾਂ ਮਿਲਿਆ ਸਫਲ ਬਣਾ ਲਓ। ਸੰਤ ਸਫਲ ਬਣਾਉਂਦਾ ਹੈ। ਚਿੰਤਾ ਤਾ ਕੀ ਕੀਜੀਐ, ਜੋ ਅਨਹੋਣੀ ਹੋਏ। ਇਹੋ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਇੱਥੇ ਕੋਈ ਸਦਾ ਨਾ ਬੈਠ ਰਿਹਾ ਹੈ, ਨਾ ਬੈਠ ਰਹਿਣਾ ਹੈ। आदमी का जिस्म क्या है, मट्टी का एक मकान, खून का गारा बना है, ईंट जिसमें हड्डियाँ, मौत की खूंखार आंधी, जब इससे टकराएगी, टूट करके ये इमारत खाक में मिल जाएगी। इतनी ही तो शरीर दी कहानी है। लेकिन संत शरीर छड़ के गया है ਤਾਂ ਉਸ ਨੇ ਜਿੰਨੀ ਦੇਰ ਸਰੀਰ ਵਿੱਚ ਸਮਾਂ ਬਿਤਾਇਆ ਹੈ, ਇਸ ਦਾ ਠੀਕ ਇਸਤੇਮਾਲ ਕੀਤਾ ਹੈ ਤੇ ਵਾਪਸ ਨਿਰੰਕਾਰ ਵਿੱਚ ਉਸ ਦੀ ਆਤਮਾ ਲੀਨ ਹੋ ਗਈ ਹੈ। सूरज किरण मिले जल का जल हुआ राम, ज्योति जोत रली संपूर्ण थी आराम। पर एक दूजे लोक ने ਜਿਹੜੇ ਦੇਖਣ ਨੂੰ ਜ਼ਿੰਦਾ ਨੇ, ਸਰੀਰ ਚੱਲਦਾ ਫਿਰਦਾ ਪ੍ਰਤੀਤ ਹੁੰਦਾ ਹੈ, ਲੇਕਿਨ ਜ਼ਮੀਰ ਉਹਨਾਂ ਵੇਚ ਦਿੱਤੀ ਹੈ। ਜਿਸ ਨੇ ਜ਼ਮੀਰ ਵੇਚ ਦਿੱਤੀ ਹੋਵੇ ਉਹ ਵਿਕਾਊ ਮਾਲ ਹੈ ਤੇ ਵਿਕਾਊ ਮਾਲ ਦੀ ਕੀਮਤ ਵੱਧ ਵੀ ਸਕਦੀ ਹੈ ਕਿਸੇ ਵੇਲੇ ਤੇ ਘਟਦਿਆਂ ਵੀ ਦੇਰ ਨਹੀਂ ਲੱਗਦੀ।
ਬਹੁਤੇ ਵਿਕਾਊ ਮਿਲਦੇ ਹੋਣ ਮੁੱਲ ਘਟ ਜਾਂਦਾ। ਇਕਨੋਮਿਕਸ ਦਾ ਇੱਕ ਨਿਯਮ ਹੈ, ਸਪਲਾਈ ਐਂਡ ਡਿਮਾਂਡ। ਡਿਮਾਂਡ ਵਧੇਰੇ ਹੈ, ਸਪਲਾਈ ਘੱਟ ਹੈ, ਕੀਮਤ ਵੱਧ ਜਾਏਗੀ। ਸਪਲਾਈ ਵਧੇਰੇ ਹੈ, ਡਿਮਾਂਡ ਘੱਟ ਹੈ, ਕੀਮਤ ਡਿੱਗ ਪੈਂਦੀ ਹੈ। ਜਿੱਥੇ ਦੁਨੀਆ ਵਿੱਚ ਹਰ ਬੰਦਾ ਵਿਕਾਊ ਬਣਿਆ ਫਿਰਦਾ ਹੋਵੇ, ਹੱਟੀ ਹੱਟੀ ਤੇ ਜ਼ਮੀਰ ਵੇਚਦਾ ਫਿਰੇ, ਨਿੱਕੀ ਨਿੱਕੀ ਗੱਲ ਤੇ ਬੇਗੈਰਤ ਹੁੰਦਾ ਫਿਰੇ, ਕੀ ਮੁੱਲ ਰਹਿ ਜਾਏਗਾ। ਸਤਿਗੁਰੂ ਜੀ ਨੇ ਤਾਂ ਐਸੇ ਜੀਵਨ ਨੂੰ ਇੱਕ ਲਾਹਨਤ ਪਾਈ ਹੈ ਬਾਣੀ ਅੰਦਰ। ਹਜ਼ੂਰ ਕਹਿੰਦੇ ਨੇ, ਸੰਤ ਦੇ ਜੀਵਨ ਨੂੰ ਮੈਂ ਸਨਮਾਨ ਦਿੰਦਾ ਹਾਂ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ ਦੇਖਣ ਮਾਤਰ ਜ਼ਿੰਦਾ ਹੋਵੇ, ਸਾਹ ਚੱਲਦੇ ਹੋਣ, ਕਾਇਆ ਤੰਦਰੁਸਤ ਪਈ ਦਿਸੇ, ਪਰ ਅੰਦਰਲਾ ਜੀਵਨ ਗਵਾ ਲਿਆ ਹੋਵੇ, ਪੱਤ ਗਵਾ ਲਈ ਹੋਵੇ, ਕਾਹਦਾ ਜੀਵਨ ਹੈ। ਜੇ ਜੀਵੈ ਪੱਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਉਸ ਦਾ ਖਾਣਾ ਪੀਣਾ ਪਹਿਨਣਾ ਭੋਗਣਾ ਸਭ ਹਰਾਮ ਹੈ। ਕਬੀਰ ਜੀ ਕਹਿੰਦੇ ਨੇ, ਸੰਤ ਸਰੀਰ ਛੱਡ ਕੇ ਸੰਸਾਰ ਤੋਂ ਤੁਰ ਵੀ ਜਾਏ ਤਾਂ ਰੋਣ ਦੀ ਜ਼ਰੂਰਤ ਨਹੀਂ। ਉਹ ਕੁਝ ਗਵਾ ਕੇ ਨਹੀਂ ਗਿਆ, ਕਮਾ ਕੇ ਗਿਆ ਹੈ, ਔਰ ਮਾਲਕ ਨਾਲ ਅਭੇਦ ਹੋਣ ਲਈ ਆਪਣੇ ਹੀ ਘਰ ਪੁੱਜਾ ਹੈ। ਜਿੱਥੋਂ ਇਹ ਜੋਤ ਆਈ ਸੀ, ਉਸੇ ਮੂਲ ਵਿੱਚ ਲੀਨ ਹੋਣ ਚਲੇ ਗਈ। ਕਬੀਰ ਸੰਤ ਮੂਏ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ, ਰੋਵਹੁ ਸਾਕਤ ਬਾਪੁਰੇ, ਜੋ ਹਾਟੈ ਹਾਟ ਬਿਕਾਏ। ਜੇ ਰੋਣਾ ਹੀ ਕੋਈ ਤਰਸ ਕਰਨਾ, ਅਫਸੋਸ ਕਰਨਾ, ਤੇ ਜਿਹੜਾ ਹੱਟੀ ਹੱਟੀ ਤੇ ਵਿਕਦਾ ਫਿਰਦਾ ਹੈ, ਤੇ ਵਿਕਾਰਾਂ ਦੇ ਕਾਰਨ ਵੀ ਅਗਾਂਹ ਹੱਟ ਹੱਟ ਭਵਾਈਦਾ ਹੈ ਜੂਨੀਆਂ ਵਿੱਚ, ਉਸ ਨੂੰ ਰੋਵੋ। ਉਹ ਜ਼ਿੰਦਾ ਵੀ ਰੋਣ ਦੇ ਯੋਗ ਹੈ। ਨਾ ਉਸ ਦੇ ਜੀਵਨ ਵਿੱਚ ਕੋਈ ਅਰਥ ਹੈ, ਨਾ ਉਸ ਦੇ ਮਰਨ ਵਿੱਚ ਕੋਈ ਅਰਥ ਹੋਵੇਗਾ। ਅਫਸੋਸ ਕਰੋ ਉਸ ਤੇ ਜੋ ਪ੍ਰਮਾਤਮਾ ਦੇ ਚਰਨਾਂ ਤੋਂ ਟੁੱਟ ਗਿਆ ਹੈ, ਆਪਣੇ ਮੰਦੇ ਕੰਮਾਂ ਦੇ ਕਾਰਨ ਹੱਟੀ ਹੱਟੀ ਵਿਕਦਾ ਹੈ, ਇਸ ਜੀਵਨ ਅੰਦਰ ਵੀ ਤੇ ਫਿਰ ਜੂਨੀਆਂ ਵਿੱਚ ਵੀ ਭਟਕਦਾ ਹੈ। 17ਵੇਂ ਸ਼ਲੋਕ ਅੰਦਰ ਬਚਨ ਨੇ, ਕਬੀਰ ਸਾਕਤ ਐਸਾ ਹੈ, ਜੈਸੀ ਲਸਨ ਕੀ ਖਾਨ, ਕੋਨੇ ਬੈਠੇ ਖਾਈਐ, ਪ੍ਰਗਟ ਹੋਏ ਨਿਦਾਨ। ਸਾਕਤ ਹੈ ਰੱਬ ਨਾਲੋਂ ਟੁੱਟਾ ਹੋਇਆ ਬੰਦਾ। ਸਾਕਤ ਦਾ ਸੁਭਾਅ ਕੈਸਾ ਹੈ। ਹਜ਼ੂਰ ਕਹਿੰਦੇ ਨੇ, ਜੋ ਭਲਾਈ ਸੋ ਬੁਰਾ ਜਾਣੇ। ਚੰਗੀ ਗੱਲ ਨੂੰ ਮਾੜੀ ਗਿਣੇਗਾ, ਗੱਲ ਸੇਵਾ ਦੀ ਆਖੋ ਨਹੀਂ ਕਰੇਗਾ, ਸਿਮਰਨ ਲਈ ਪ੍ਰੇਰਨਾ ਕਰੋ ਨਹੀਂ ਕਰੇਗਾ, ਨਿੰਦਿਆ ਕਰਨ ਵਾਲੇ ਲੱਭਦਾ ਫਿਰੇਗਾ, ਕਿਤੇ ਬੈਠ ਕੇ 4 ਘੜੀਆਂ ਕਿਸੇ ਦੀ ਨਿੰਦਿਆ ਹੀ ਸੁਣ ਲਈਏ। ਠੱਗੀ ਮਾਰਨ ਲਈ ਕੋਈ ਨਾਲ ਤੋਰੇ ਤੁਰ ਪਏਗਾ, ਬਲਕਿ ਦੂਜਿਆਂ ਨੂੰ ਵੀ ਪ੍ਰੇਰਨਾ ਕਰੇਗਾ, ਮੈਂ ਬੇਈਮਾਨੀ ਇੰਝ ਕੀਤੀ ਜੇ ਤੂੰ ਵੀ ਕਰ ਲੈ। ਜੋ ਭਲਾਈ ਸੋ ਬੁਰਾ ਜਾਣੇ, ਸਾਚ ਕਹੈ ਸੋ ਬਿਖੈ ਸਮਾਨੈ। ਅਟਲ ਮਾਲਕ ਦੀ ਗੱਲ ਉਹਨੂੰ ਜ਼ਹਿਰ ਜਾਪਦੀ ਹੈ। ਜਾਣੈ ਨਾਹੀਂ ਜੀਤ ਅਰ ਹਾਰ, ਇਹੋ ਵਲੇਵਾ ਸਾਕਤ ਸੰਸਾਰ। ਸਾਕਤ ਬੰਦੇ ਦਾ ਸੰਸਾਰ ਵਿੱਚ ਇਹ ਵਿਵਹਾਰ ਹੈ। ਤੇ ਜੋ ਬੋਲਦਾ ਹੈ ਆਪਣੇ ਵੱਲੋਂ ਬੜੀ ਚਤੁਰਾਈ ਦੀਆਂ ਗੱਲਾਂ ਕਰੇਗਾ, ਪਰ ਸਤਿਗੁਰੂ ਸਾਨੂੰ ਸਾਵਧਾਨ ਕਰਦੇ ਨੇ। ਕਹਿੰਦੇ ਨੇ, ਸਾਕਤ ਕਾ ਬਕਨਾ ਇਉਂ ਜਾਨੋ, ਜੈਸੇ ਪਵਨ ਚੁਲਾਈ। ਜਿਵੇਂ ਹਵਾ ਚੱਲ ਰਹੀ ਹੋਵੇ, ਕੋਈ ਅਰਥ ਨਹੀਂ ਹੈ ਸਾਕਤ ਦੀ ਕਿਸੇ ਵੀ ਗੱਲ ਦਾ, ਉਸ ਤੋਂ ਦੂਰ ਹੀ ਰਹੀ। ਗੁਰੂ ਰਾਮਦਾਸ ਮਹਾਰਾਜ ਜੀ ਨੇ ਫਰਮਾਇਆ ਹੈ ਗੌੜੀ ਰਾਗ ਵਿੱਚ, ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ, ਤੇ ਸਾਕਤ ਨਰ ਜਮ ਘੁਟੀਐ, ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿਨ ਕੈ ਨਿਕਟ ਨਾ ਪਿਟੀਐ। ਇਹਨਾਂ ਦੇ ਨੇੜੇ ਵੀ ਨਾ ਜਾਈ। ਇਹ ਸਾਰੀਆਂ ਗੱਲਾਂ, ਸਾਰੇ ਕੰਮ ਰੱਬ ਦੇ ਰਾਹ ਤੋਂ ਉਲਟੇ ਹੀ ਕਰਦੇ ਨੇ। ਸਾਕਤ ਕੀ ਐਸੀ ਹੈ ਰੀਤ, ਜੋ ਕਿਛ ਕਰੈ ਸਗਲ ਬੇਪ੍ਰੀਤ।
ਇਸ ਦਾ ਜੀਵਨ ਇਸ ਤਰ੍ਹਾਂ ਦਾ ਹੈ। ਸਾਕਤ ਸੰਗ ਨਾ ਕੀਜਈ ਪਿਆਰੇ, ਜੇ ਕਾ ਪਾਰ ਵਸਾਏ। ਜਿੱਥੋਂ ਤੱਕ ਵਾਹ ਲੱਗੇ ਸਾਕਤ ਦੀ ਸੰਗਤ ਨਾ ਕਰੀ। ਬੜੀ ਦੌੜ ਭੱਜ ਦਿਸੇਗੀ ਸਾਕਤ ਦੀ ਜ਼ਿੰਦਗੀ ਵਿੱਚ ਵੀ। ਉਹ ਵੀ ਆਖੇਗਾ ਮੇਰੇ ਪਾਸ ਵਕਤ ਕਿੱਥੇ ਹੈ, ਬੜਾ ਉਦਮੀ। ਲੇਕਿਨ ਸਾਕਤ ਦੇ ਉਦਮ ਨੂੰ ਜਿਸ ਨੇ ਦੀਨ ਗਵਾ ਦੁਨੀ ਵਾਲੇ ਪਾਸੇ ਦੀ ਦੌੜ ਲਗਾ ਰੱਖੀ ਹੈ, ਉਸ ਦੀ ਸਾਰੀ ਦੌੜ ਭੱਜ ਨੂੰ ਜੋ ਮੁੱਲ ਦਿੱਤਾ ਹੈ ਨਾ, ਜਾਂ ਮੁੱਲ ਪਾਇਆ ਹੈ ਸਤਿਗੁਰੂ ਜੀ ਨੇ, ਉਹ ਕੁਝ ਇਸ ਤਰ੍ਹਾਂ ਦਾ ਹੈ। ਸਾਕਤ ਕੀ ਆਵਰਦਾ ਜਾਏ ਬਿਰਥਾਰੀ, ਜੈਸੇ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ, ਕਾਮ ਨਹੀਂ ਗਾਵਾਰੀ। ਚੂਹਾ ਬੜਾ ਉਦਮੀ ਹੈ। ਲਾਇਬ੍ਰੇਰੀ ਵਿੱਚ ਵੜ ਜਾਏ, ਕਿਤਾਬਾਂ ਟੁੱਕ 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 ਖਰਾਬ ਕਰ ਦੇਵੇਗਾ, ਨਸ਼ਟ ਕਰ ਦੇਵੇਗਾ, ਲੇਕਿਨ ਵਿਦਵਾਨ ਨਹੀਂ ਬਣ ਜਾਏਗਾ। ਸਾਕਤ ਬੰਦੇ ਦਾ ਜੀਵਨ ਕੁਝ ਐਸਾ ਹੀ ਹੈ। ਹਜ਼ੂਰ ਕਹਿੰਦੇ ਨੇ ਸਾਕਤ ਨੂੰ ਨੇੜਿਓਂ ਹੋ ਕੇ ਡਿੱਠਾ, ਕੀ ਸੀ ਜ਼ਿੰਦਗੀ ਦਾ ਕਿਰਦਾਰ ਉਸਦਾ। ਅੰਮ੍ਰਿਤ ਕੌੜਾ ਵਿਖਿਆ ਮਿੱਠੀ। ਉਸ ਨੂੰ ਅੰਮ੍ਰਿਤ ਕੌੜਾ ਲੱਗਦਾ ਹੈ, ਜ਼ਹਿਰ ਮਿੱਠੀ ਲੱਗਦੀ ਹੈ। ਸਾਕਤ ਕੀ ਬਿਧ ਨੈਨੋਂ ਡੀਠੀ, ਕੂੜ ਕਪਟ ਅਹੰਕਾਰ ਰੀਝਾਨਾ, ਨਾਮ ਸੁਨਤ ਜਨ ਬਿੱਛੂ ਡਸਾਨਾ। ਜਿਵੇਂ ਬਿੱਛੂ ਡੰਗ ਮਾਰ ਜਾਂਦਾ ਹੈ, ਇਸ ਤਰ੍ਹਾਂ ਉਸ ਨੂੰ ਪਰਮਾਤਮਾ ਦੇ ਨਾਮ ਤੋਂ ਵੀ ਡੰਗ ਵੱਜਦੇ ਨੇ, ਇਸ ਤੋਂ ਦੂਰ ਦੌੜਦਾ ਹੈ। ਤੋ ਸਾਕਤ ਬੰਦੇ ਦੀ ਅਵਸਥਾ ਇੰਜ ਹੈ, ਜਿਸ ਤਰ੍ਹਾਂ ਥੋਮ ਦੀ ਭਰੀ ਹੋਈ ਕੋਠੜੀ ਖਾਨ, ਕੋਠੜੀ ਸਟੋਰ, ਜੈਸੀ ਲਸਣ ਕੀ ਖਾਨ। ਸਾਕਤ ਦਾ ਜੀਵਨ ਇਸ ਤਰ੍ਹਾਂ ਦਾ ਹੈ। ਤੇ ਲਸਣ ਦੀ ਤਾਂ ਇੱਕ ਤੁਰੀ ਤੁਸੀਂ ਚਬਾ ਕੇ ਖਾ ਲਓ ਤੇ ਸਾਰਾ ਦਿਨ ਮੂੰਹ ਵਿੱਚੋਂ ਉਹਦੀ ਸਮੈਲ ਆਈ ਜਾਂਦੀ ਹੈ। ਤੇ ਜਿਹੜੀ ਭਰੀ ਹੋਈ ਕੋਠੜੀ ਹੋਵੇ ਲਸਣ ਦੀ, ਕਿੰਨੀ ਬਦਬੂ ਆਉਂਦੀ ਹੋਵੇਗੀ। ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ, ਜਿਸ ਤਰ੍ਹਾਂ ਥੋਮ ਦਾ ਲਸਣ ਦਾ ਸਟੋਰ ਹੋਵੇ, ਕੋਠੜੀ ਹੋਵੇ। ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ। ਕਿੰਨੀ ਕੁ ਦੇਰ ਇਹ ਸਾਕਤ ਛੁਪਿਆ ਰਹੇਗਾ। ਬੁਰੇ ਕਰਮ ਕਮਾਉਣ ਵਾਲੇ ਦੀ ਵੀ ਕੋਸ਼ਿਸ਼ ਇਹ ਹੁੰਦੀ ਏ ਕਿ ਦੁਨੀਆ ਅੰਦਰ ਚੰਗਾ ਬਣ ਕੇ ਦਿਸਦਾ ਰਹਾਂ। ਪਰਦੇ ਦੇ ਪਿੱਛੇ ਕੀ ਏ ਉਹ ਮੈਂ ਜਾਣਨਾ, ਪਰ ਬਾਹਰ ਜੋ ਲੋਕਾਂ ਨੂੰ ਦਿਖਾਈ ਦਿੰਦਾ ਹੈ ਉਹ ਭਲੇ ਪੁਰਸ਼ ਵਾਲਾ ਹੀ ਮੇਰਾ ਸਰੂਪ ਦਿਖਾਈ ਦੇਵੇ। ਪਰ ਕਿੰਨੀ ਦੇਰ ਛੁਪਾਓਗੇ। ਕੋਠੜੀ ਵਿੱਚ ਪਏ ਹੋਏ ਲਸਣ ਨੂੰ ਲੁਕ ਕੇ ਵੀ ਲਸਣ ਖਾ ਕੇ ਜਿਸ ਵੇਲੇ ਬਾਹਰ ਨਿਕਲੋਗੇ ਸਮੈਲ ਆਏਗੀ। ਕੋਨੇ ਬੈਠੇ ਖਾਈਏ, ਕਿਤੇ ਕੋਨੇ ਵਿੱਚ ਲੁਕ ਕੇ ਵੀ ਖਾਓ। ਪ੍ਰਗਟ ਹੋਏ ਨਿਦਾਨ, ਪਰ ਆਖਰ ਉਹ ਆਪਣੀ ਬਦਬੂ ਤੋਂ ਪ੍ਰਗਟ ਹੋ ਜਾਂਦਾ ਹੈ, ਜ਼ਾਹਰ ਹੋ ਜਾਂਦਾ ਹੈ। ਤਾਂ ਸਾਕਤ ਦੇ ਅੰਦਰੋਂ ਵੀ ਜਦੋਂ ਬਚਨ ਨਿਕਲਣੇ ਨੇ ਉਹ ਵੀ ਕੋਈ ਪਰਮਾਰਥ ਦੇ ਨਹੀਂ ਹੋਣੇ, ਬਦਬੂ ਵਾਲੇ ਭਰੇ ਹੋਏ ਹੋਣਗੇ। ਸਾਕਤ ਦੇ ਹਰ ਕਰਮ ਵਿੱਚੋਂ ਬਦਬੂ ਆਵੇਗੀ ਉਸ ਦੇ ਕਿਰਦਾਰ ਦੀ। ਤੇ ਪ੍ਰਮਾਤਮਾ ਤੋਂ ਵੀ ਛੁਪਾਈ ਨਹੀਂ ਜਾਣੀ ਤੇ ਛੁਪਾਈ ਸੰਸਾਰ ਤੋਂ ਵੀ ਨਹੀਂ ਜਾਂਦੀ। ਨਿਰੰਕਾਰ ਤੋਂ ਤਾਂ ਬਿਲਕੁਲ ਨਹੀਂ, ਉੱਥੇ ਸਭ ਪ੍ਰਗਟ ਹੋ ਜਾਂਦਾ ਹੈ। ਤੇ ਸਾਕਤ ਨਾਲ ਫਿਰ ਜੋ ਵਰਤਦਾ ਹੈ, ਆਪਾਂ ਹਰ ਰੋਜ਼ ਸੋਹਿਲੇ ਵਿੱਚ ਪੜ੍ਹਦੇ ਹਾਂ। ਸਾਕਤ ਹਰ ਰਸ ਸਾਧ ਨ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾਹੇ। ਜਿਉਂ ਜਿਉਂ ਚੱਲਹਿ ਚੁਭਹਿ ਦੁੱਖ ਪਾਵਹਿ, ਜਮਕਾਲ ਸਹਿ ਸਿਰ ਡੰਡਾ ਹੈ। ਆਖਰ ਜਮਾਂ ਦੀਆਂ ਮਾਰਾਂ ਖਾਣੀਆਂ ਪੈਂਦੀਆਂ ਨੇ। ਵਾਹਿਗੁਰੂ ਜੀ ਕਿਰਪਾ ਕਰਨ, ਭਗਤ ਕਬੀਰ ਜੀ ਦੇ ਬਚਨਾਂ ਵਿੱਚੋਂ ਸਾਨੂੰ ਇਹ ਸੇਧ ਮਿਲ ਸਕੇ ਕਿ ਅਸੀਂ ਸਾਕਤ ਦਾ ਨਹੀਂ, ਸੰਤ ਦਾ ਜੀਵਨ ਜਿਉਣਾ ਹੈ। ਬਦਬੂ ਨਾਲ ਜ਼ਿੰਦਗੀ ਨੂੰ ਨਹੀਂ ਭਰਨਾ ਕਿ ਕੁਕਰਮਾਂ ਨਾਲ ਹੀ ਕੋਠੜੀ ਭਰ ਲਈਏ, ਸਗੋਂ ਬੰਦਗੀ ਦੀ ਖੁਸ਼ਬੂ ਆਪਣੇ ਜੀਵਨ ਵਿੱਚ ਭਰ ਸਕੀਏ ਤੇ ਵੰਡ ਸਕੀਏ, ਤਾਂ ਹੀ ਵਿਚਾਰਾਂ ਸਫਲੀਆਂ ਹਨ। ਇੱਥੋਂ ਤੱਕ 17 ਸ਼ਲੋਕਾਂ ਦੀ ਵਿਚਾਰ ਆਪਾਂ ਕਰਨ ਦਾ ਯਤਨ ਕੀਤਾ ਹੈ। ਭੁੱਲਾਂ ਅਨੇਕ ਹੋਈਆਂ ਹੋਣਗੀਆਂ, ਖਿਮਾ ਕਰ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।